ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੇਮੰਡ ਮਰਫੀ 5th ਐਡੀਸ਼ਨ। ਯੂਨਿਟ ਨੰਬਰ ਆਪਾਂ ਦੇਖੋ ਕਰਾਂਗੇ 12 ਨੰਬਰ ਯੂਨਿਟ ਦੇ ਵਿੱਚ ਆਪਾਂ ਗੱਲ ਕਰਨੀ ਹੈ ਈਵਨ, ਜਿਹੜਾ ਕਿ ਇੰਗਲਿਸ਼ ਦਾ ਵਰਡ ਹੈ ਈਵਨ। ਆਪਾਂ ਇਸ ਦਾ ਯੂਜ਼ ਇੱਕ ਸੈਂਟੈਂਸ ਦੇ ਵਿੱਚ ਕਿਸ ਸੈਂਸ ਦੇ ਲਈ ਔਰ ਕਿਸ ਜਗ੍ਹਾ ਤੇ ਕਰਨਾ ਹੈ ਉਹ ਆਪਾਂ ਦੇਖਾਂਗੇ ਇਸ ਵੀਡੀਓ ਦੇ ਵਿੱਚ। ਦੇਖੋ ਸਭ ਤੋਂ ਪਹਿਲਾਂ ਈਵਨ ਦਾ ਜਿਹੜਾ ਮਤਲਬ ਹੈ, ਇੱਕ ਪੰਜਾਬੀ ਦੇ ਵਿੱਚ ਸਿੰਪਲ ਜਿਹਾ ਜਿਹੜਾ ਮੀਨਿੰਗ ਹੈ ਉਹ ਹੈ ਇੱਥੋਂ ਤੱਕ ਕੇ। ਇੱਥੋਂ ਤੱਕ ਕੇ ਦਾ ਮਤਲਬ ਕਿਸ ਤਰ੍ਹਾਂ, ਦੇਖੋ ਮੰਨ ਲਓ ਫਾਰ ਐਗਜ਼ਾਮਪਲ ਆਪਣਾ ਜਿਹੜਾ ਬੋਰਡ ਹੈ ਉਹ ਬਹੁਤ ਜ਼ਿਆਦਾ ਉੱਚਾ ਹੈ। ਜਦੋਂ ਆਪਾਂ ਕਿਸੇ ਨੂੰ ਇਹ ਗੱਲ ਕਹੀਏ ਕਿ ਜਿਹੜਾ ਇਹ ਬੋਰਡ ਹੈ ਇਸ ਦੇ ਟੌਪ ਤੱਕ ਮੇਰਾ ਹੱਥ ਨਹੀਂ ਜਾਂਦਾ, ਇੱਥੋਂ ਤੱਕ ਕਿ ਟੇਬਲ ਤੇ ਚੜ ਕੇ ਵੀ ਹੱਥ ਨਹੀਂ ਜਾਂਦਾ। ਜਿਹੜਾ ਆਪਾਂ ਇਹ ਗੱਲ ਕਹੀਏ ਇੱਥੋਂ ਤੱਕ ਕਿ ਟੇਬਲ ਤੇ ਚੜ ਕੇ ਵੀ ਹੱਥ ਨਹੀਂ ਜਾਂਦਾ, ਈਵਨ ਕਿ ਟੇਬਲ ਤੇ ਚੜ ਕੇ ਵੀ ਹੱਥ ਨਹੀਂ ਜਾਂਦਾ, ਉਹ ਮਤਲਬ ਇਸ ਦਾ ਉੱਥੇ ਆਪਾਂ ਈਵਨ ਦਾ ਯੂਜ਼ ਕਰਦੇ ਹਾਂ। ਬਾਕੀ ਦੇਖੋ ਇੱਧਰ ਸਮਝੋਗੇ ਤੁਸੀਂ। ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਆਪਾਂ ਈਵਨ ਦਾ ਯੂਜ਼ ਇੰਗਲਿਸ਼ ਗ੍ਰਾਮਰ ਦੇ ਮੁਤਾਬਕ ਕਿਸ ਤਰ੍ਹਾਂ ਕਰਦੇ ਹਾਂ, ਕਿਸ ਸੈਂਸ ਦੇ ਲਈ। ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਈਵਨ ਕਿ ਹਨਾ, ਇੱਥੋਂ ਤੱਕ ਕਿ ਆਪਾਂ ਜਦੋਂ ਇੱਕ ਬਣਾਵਾਂਗੇ ਐਗਜ਼ਾਮਪਲ ਉਦੋਂ ਵੀ ਤੁਹਾਨੂੰ ਸਮਝ ਆਊ। ਦੇਖੋ ਇਹਨਾਂ ਨੇ ਕੀ ਕਿਹਾ, ਵੀ ਯੂਜ਼ ਈਵਨ ਟੂ ਸੇ ਦੈਟ। ਅਸੀਂ ਈਵਨ ਦਾ ਯੂਜ਼ ਇਹ ਗੱਲ ਕਹਿਣ ਦੇ ਲਈ ਕਰਦੇ ਹਾਂ ਸਮਥਿੰਗ ਇਜ਼ ਅਨਯੂਜੂਅਲ ਔਰ ਸਰਪ੍ਰਾਈਜ਼ਿੰਗ। ਸਰਪ੍ਰਾਈਜ਼ਿੰਗ ਹੁੰਦਾ ਹੈਰਾਨੀ ਵਾਲਾ ਔਰ ਅਨਯੂਜੂਅਲ ਹੁੰਦਾ ਅਸਧਾਰਨ, ਜਿਹੜਾ ਸਧਾਰਨ ਨਾ ਹੋਵੇ ਅਸਧਾਰਨ ਹੋਵੇ। ਮਤਲਬ ਜਦੋਂ ਆਪਾਂ ਨੂੰ ਕਿਸੇ ਗੱਲ ਤੇ ਕੋਈ ਥੋੜੀ ਜਿਹੀ ਹੈਰਾਨੀ ਜੀ ਆਉਂਦੀ ਹੈ ਉਦੋਂ ਆਪਾਂ ਈਵਨ ਦਾ ਯੂਜ਼ ਕਰਦੇ ਹਾਂ। ਹੈਰਾਨੀ ਦੇਖੋ, ਜਿਵੇਂ ਮੈਂ ਕਿਹਾ ਵੀ ਬੋਰਡ ਦੇ ਟੌਪ ਤੱਕ ਮੇਰਾ ਹੱਥ ਨਹੀਂ ਜਾਂਦਾ, ਇੱਥੋਂ ਤੱਕ ਕਿ ਟੇਬਲ ਤੇ ਚੜ ਕੇ ਵੀ ਹੱਥ ਨਹੀਂ ਜਾਂਦਾ, ਤਾਂ ਇਹ ਗੱਲ ਥੋੜੀ ਜਿਹੀ ਸਰਪ੍ਰਾਈਜ਼ਿੰਗ ਹੋਈ ਵੀ ਯਾਰ ਟੇਬਲ ਤੇ ਚੜ ਕੇ ਵੀ ਹੱਥ ਨਹੀਂ ਜਾਂਦਾ, ਜਾਂ ਫਿਰ ਅਨਯੂਜੂਅਲ ਹੋਈ। ਠੀਕ ਹੈ ਨਾ। ਤਾਂ ਜਦੋਂ ਇਸ ਤਰ੍ਹਾਂ ਸਰਪ੍ਰਾਈਜ਼ਿੰਗ ਜਾਂ ਅਨਯੂਜੂਅਲ ਆਪਾਂ ਗੱਲ ਕਰੀਏ ਉੱਥੇ ਆਪਾਂ ਈਵਨ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਐਗਜ਼ਾਮਪਲ ਦੇਖੋ ਇੱਥੋਂ ਤੱਕ ਕਿ ਮੀਨਿੰਗ ਨਿਕਲਦਾ ਕਿਸ ਤਰ੍ਹਾਂ। ਫਸਟ ਐਗਜ਼ਾਮਪਲ ਹੈ ਦੇਖੋ, The pictures are really awful। ਕਹਿੰਦਾ ਜਿਹੜੀਆਂ ਪਿਕਚਰਸ ਨੇ ਉਹ ਬਹੁਤ ਜ਼ਿਆਦਾ ਭੈੜੀਆਂ ਨੇ, ਵਧੀਆ ਨਹੀਂ ਹੈਗੀਆਂ। ਮਤਲਬ ਕਿਸੇ ਨੂੰ ਫੋਟੋਗ੍ਰਾਫਰ ਨੂੰ ਆਪਾਂ ਲੈ ਕੇ ਆਏ ਸੀ, ਉਸਨੇ ਫੋਟੋਆਂ ਖਿੱਚੀਆਂ ਤਾਂ ਆਪਾਂ ਉਸ ਦੀਆਂ ਫੋਟੋ ਆਪਾਂ ਨੂੰ ਪਸੰਦ ਨਹੀਂ ਆਈਆਂ, ਤਾਂ ਆਪਾਂ ਕਹਿ ਰਹੇ ਹਾਂ ਯਾਰ ਇਹ ਜਿਹੜੀਆਂ ਪਿਕਚਰਸ ਨੇ ਬਹੁਤ ਜ਼ਿਆਦਾ ਭੈੜੀਆਂ ਨੇ। ਤਾਂ ਅਗਲੇ ਸੈਂਟੈਂਸ ਅੱਗੇ ਕੀ ਕਹਿੰਦਾ, ਅਗਲੇ ਸੈਂਟੈਂਸ 'ਚ ਈਵਨ ਆਈ ਟੇਕ ਬੈਟਰ ਪਿਕਚਰਸ ਦੈਨ ਦੀਜ਼। ਕਹਿੰਦਾ ਇੱਥੋਂ ਤੱਕ ਕਿ ਇਹਨਾਂ ਪਿਕਚਰਸ ਨਾਲ ਤਾਂ ਇੱਥੋਂ ਤੱਕ ਕਿ ਮੈਂ ਵੀ ਵਧੀਆ ਪਿਕਚਰ ਖਿੱਚ ਸਕਦਾ। ਮਤਲਬ ਕਿ ਸਰਪ੍ਰਾਈਜ਼ਿੰਗ ਵਾਲੀ ਗੱਲ ਹੋ ਗਈ ਵੀ ਯਾਰ ਆਪਾਂ ਫੋਟੋ ਖਿਚਵਾਈਆਂ ਵੀ ਯਾਰ ਬਿਲਕੁਲ ਫੋਟੋਆਂ ਵਧੀਆ ਨਹੀਂ ਹੈਗੀਆਂ, ਵੀ ਇੱਥੋਂ ਤੱਕ ਤਾਂ ਮੈਂ ਵੀ ਵਧੀਆ ਖਿੱਚ ਸਕਦਾ ਸੀ, ਵੀ ਜਿਹੜੀਆਂ ਫੋਟੋਜ਼ ਨੇ ਇੱਥੋਂ ਤੱਕ ਕਿ ਮੈਂ ਵੀ ਵਧੀਆ ਫੋਟੋਜ਼ ਖਿੱਚ ਸਕਦਾ ਸੀ ਇਹਨਾਂ ਫੋਟੋਆਂ ਨਾਲੋਂ। ਤਾਂ ਇੱਥੇ ਈਵਨ ਦਾ ਦੇਖੋ ਯੂਜ਼ ਹੋਇਆ, ਈਵਨ ਆਈ ਟੇਕ ਬੈਟਰ ਪਿਕਚਰਸ ਦੈਨ ਦੀਜ਼। ਇੱਕ ਹੋਰ ਸੈਂਟੈਂਸ ਦੇਖੋ, ਹੋਰ ਐਗਜ਼ਾਮਪਲ ਲਓ, ਇਸ ਦੇ ਨਾਲ ਵੀ ਸਮਝੋਗੇ। ਦੇਖੋ ਹੀ ਆਲਵੇਜ਼, ਆਪਾਂ ਕਿਸੇ ਵਿਅਕਤੀ ਦੇ ਬਾਰੇ ਗੱਲ ਕਰ ਰਹੇ ਹਾਂ, ਹੀ ਆਲਵੇਜ਼ ਵੀਅਰਸ ਅ ਕੋਟ। ਕਹਿੰਦਾ ਉਹ ਹਮੇਸ਼ਾ ਹੀ ਕੋਟ ਪਾਈ ਰੱਖਦਾ ਹੈ ਨਾ। ਅੱਗੇ ਕੀ ਕਹਿ ਰਿਹਾ, ਈਵਨ ਇਨ ਹੌਟ ਵੈਦਰ। ਇੱਥੋਂ ਤੱਕ ਕਿ ਗਰਮ ਮੌਸਮ ਦੇ ਵਿੱਚ ਵੀ। ਦੇਖੋ ਇੱਥੋਂ ਤੱਕ ਇਹਦਾ ਮੀਨਿੰਗ ਆਇਆ ਵੀ ਉਹ ਯਾਰ ਹਮੇਸ਼ਾ ਆਲਵੇਜ਼ ਕਹਿੰਦਾ ਉਹ ਕੋਟ ਹੀ ਪਾਈ ਰੱਖਦਾ ਹੈ, ਇੱਥੋਂ ਤੱਕ ਕਿ ਗਰਮ ਮੌਸਮ ਦੇ ਵਿੱਚ ਵੀ। ਤਾਂ ਇਹ ਥੋੜਾ ਜਿਹਾ ਦੇਖੋ ਈਵਨ ਆ ਗਿਆ ਇੱਥੇ, ਮਤਲਬ ਇਹ ਚੀਜ਼ ਸਰਪ੍ਰਾਈਜ਼ਿੰਗ ਹੋ ਗਈ, ਅਨਯੂਜੂਅਲ। ਸਰਪ੍ਰਾਈਜ਼ਿੰਗ ਹੋਈ ਹੈਰਾਨੀ ਵਾਲੀ, ਹੈਰਾਨੀ ਵਾਲੀ ਕਿਉਂ ਹੋਈ, ਉਹ ਗਰਮੀ ਦੇ ਵਿੱਚ ਵੀ ਕੋਟ ਪਾਈ ਰੱਖਦਾ ਹੈ। ਜਾਂ ਫਿਰ ਅਨਯੂਜੂਅਲ ਵੀ ਕਹਿ ਸਕਦੇ ਇਸ ਨੂੰ, ਅਸਧਾਰਨ ਗੱਲ ਹੈ ਵੀ ਇਹ ਤਾਂ ਸਧਾਰਨ ਤਾਂ ਹੈ ਨਹੀਂ। ਸਧਾਰਨ ਤਾਂ ਹੁੰਦੀ ਜੇਕਰ ਸਰਦੀ ਦੇ ਵਿੱਚ ਕੋਟ ਪਾਉਂਦਾ ਠੀਕ ਹੈ, ਪਰ ਗਰਮੀ ਦੇ ਵਿੱਚ ਵੀ ਪਾਈ ਰੱਖਦਾ ਹੈ, ਤਾਂ ਇਹ ਸਰਪ੍ਰਾਈਜ਼ਿੰਗ ਜਾਂ ਫਿਰ ਅਨਯੂਜੂਅਲ ਗੱਲ ਹੈ। ਔਰ ਇਸ ਦਾ ਮੀਨਿੰਗ ਇੱਥੋਂ ਤੱਕ ਕਿ ਵੀ ਨਿਕਲਦਾ ਹੈ ਨਾ, ਇੱਥੋਂ ਤੱਕ ਕਿ ਗਰਮੀ ਦੇ ਵਿੱਚ ਵੀ ਕੋਟ ਪਾਈ ਰੱਖਦਾ ਹੈ। ਜਦੋਂ ਆਪਾਂ ਇੱਥੋਂ ਤੱਕ ਕੀ ਕਹਿੰਦੇ ਹਾਂ ਕਿਸੇ ਨੂੰ ਕੋਈ ਗੱਲ, ਤਾਂ ਉਹ ਸਰਪ੍ਰਾਈਜ਼ਿੰਗ ਵਾਲੀ ਹੀ ਗੱਲ ਹੁੰਦੀ ਹੈ। ਤਾਂ ਇਹ ਸਮਝ ਆ ਗਈ ਈਵਨ ਦਾ ਯੂਜ਼ ਕਿਸ ਤਰ੍ਹਾਂ ਕਰਨਾ ਹੈ। ਹੁਣ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ। ਹੁਣ ਈਵਨ ਦਾ ਐਗਜ਼ੈਕਟ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿਸ ਜਗ੍ਹਾ ਤੇ ਕਰਨਾ ਹੈ, ਦੇਖੋ ਉਹ ਦੇਖੋ। ਇੱਥੇ ਤਾਂ ਆਪਾਂ ਦੇਖੋ ਈਵਨ ਦਾ ਆਪਾਂ ਇਹ ਸੈਂਟੈਂਸ ਦੇ ਬਿਲਕੁਲ ਸ਼ੁਰੂ ਦੇ ਵਿੱਚ ਯੂਜ਼ ਕੀਤਾ ਹੈ, ਬਟ ਯੂ ਕੈਨ ਯੂਜ਼ ਈਵਨ। ਤੁਸੀਂ ਈਵਨ ਦਾ ਯੂਜ਼ ਕਰ ਸਕਦੇ ਹੋ ਵਿਦ ਦਾ ਵਰਬ ਇਨ ਦਾ ਮਿਡਲ ਆਫ ਅ ਸੈਂਟੈਂਸ। ਜੇਕਰ ਤੁਹਾਨੂੰ ਇਸ ਤਰ੍ਹਾਂ ਥੋੜਾ ਜਿਹਾ ਲੱਗਦਾ ਹੈ ਵੀ ਐਗਜ਼ੈਕਟ ਈਵਨ ਦਾ ਯੂਜ਼ ਕਿਸ ਜਗ੍ਹਾ ਤੇ ਕਰਨਾ ਹੈ, ਤਾਂ ਸਿੱਧਾ ਯਾਦ ਰੱਖਿਓ ਇੱਕ ਸੈਂਟੈਂਸ ਦੇ ਵਿੱਚ ਜਿਹੜੀ ਮੇਨ ਵਰਬ ਹੁੰਦੀ ਹੈ, ਮੇਨ ਵਰਬ ਤੋਂ ਪਹਿਲਾਂ ਜਸਟ ਪਹਿਲਾਂ ਤੁਸੀਂ ਈਵਨ ਦਾ ਯੂਜ਼ ਕਰੋ। ਜਿਵੇਂ ਆਪਣਾ ਇਹ ਹੈਗਾ ਈਵਨ ਆਈ ਟੇਕ ਬੈਟਰ ਪਿਕਚਰਸ ਦੈਨ ਦੀਜ਼, ਤਾਂ ਇੱਥੇ ਆਪਣੀ ਮੇਨ ਵਰਬ ਹੈ ਕਿ ਟੇਕ, ਤਾਂ ਤੁਸੀਂ ਈਵਨ ਦਾ ਯੂਜ਼ ਟੇਕ ਤੋਂ ਪਹਿਲਾਂ ਵੀ ਕਰ ਸਕਦੇ ਹੋ। ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਆਈ ਈਵਨ ਟੇਕ ਬੈਟਰ ਪਿਕਚਰਸ ਦੈਨ ਦੀਜ਼। ਮੇਨ ਵਰਬ ਤੋਂ ਪਹਿਲਾਂ ਯੂਜ਼ ਕਰੋ। ਬਟ ਜਿਹੜਾ ਆ ਨਿਚਲਾ ਹੈ ਇਸ ਦੇ ਵਿੱਚ ਤਾਂ ਕਿਉਂਕਿ ਇਹ ਇੱਕ ਹੀ ਸੈਂਟੈਂਸ ਹੈ, ਜਿਹੜਾ ਲਾਸਟ ਵਾਲਾ ਫਰੇਜ਼ ਹੈ ਈਵਨ ਇਨ ਹੌਟ ਵੈਦਰਸ, ਈਵਨ ਇਨ ਹੌਟ ਵੈਦਰਸ, ਇਸ ਦੇ ਵਿੱਚ ਕੋਈ ਵੀ ਮੇਨ ਵਰਬ ਨਹੀਂ ਹੈਗੀ, ਇੱਕ ਫਰੇਜ਼ ਹੈ, ਤਾਂ ਕਰਕੇ ਇੱਥੇ ਈਵਨ ਇੱਥੇ ਸਟਾਰਟਿੰਗ ਦੇ ਵਿੱਚ ਯੂਜ਼ ਹੋਊਗਾ। ਠੀਕ ਹੈ ਨਾ। ਜਿੱਥੇ ਕੋਈ ਮੇਨ ਵਰਬ ਹੈਗੀ ਹੈ ਸੈਂਟੈਂਸ ਦੇ ਵਿੱਚ ਤਾਂ ਮੇਨ ਵਰਬ ਤੋਂ ਪਹਿਲਾਂ ਯੂਜ਼ ਕਰੋ। ਜਿਸ ਤਰ੍ਹਾਂ ਦੇਖੋ ਵੀ ਪੇਂਟਡ ਦਾ ਹੋਲ ਰੂਮ। ਦੇਖੋ ਕਹਿੰਦਾ ਅਸੀਂ ਸਾਰਾ ਰੂਮ ਹੈ ਜਿਹੜਾ ਉਹ ਪੇਂਟ ਕਰਤਾ, ਤਾਂ ਅਗਲੇ ਸੈਂਟੈਂਸ ਦੇ ਵਿੱਚ ਕੀ ਕਹਿੰਦਾ, ਵੀ ਈਵਨ ਪੇਂਟਡ ਦਾ ਫਲੋਰ। ਇੱਥੋਂ ਤੱਕ ਕਿ ਅਸੀਂ ਨੇ ਫਲੋਰ ਵੀ ਪੇਂਟ ਕਰਤਾ। ਦੇਖੋ ਹੁਣ ਇੱਥੇ ਫਲੋਰ ਨੂੰ ਪੇਂਟ ਕਰਨ ਦੀ ਗੱਲ ਹੋ ਰਹੀ ਹੈ। ਆਪਾਂ ਜਦੋਂ ਪੇਂਟ ਕਰਦੇ ਹਾਂ ਆਲੇ ਦੁਆਲੇ
ਕੰਧਾਂ ਪੇਂਟ ਕਰਦੇ ਹਾਂ, ਆਪਾਂ ਕਦੇ ਫਰਸ਼ ਤਾਂ ਨਹੀਂ ਪੇਂਟ ਕਰਦੇ। ਤਾਂ ਇਹ ਦੇਖੋ ਸਰਪ੍ਰਾਈਜ਼ਿੰਗ ਜਾਂ ਫਿਰ ਹੈਰਾਨੀ ਵਾਲੀ ਗੱਲ ਆ ਗਈ ਜਾਂ ਅਨਯੂਜੂਅਲ ਗੱਲ ਆ ਗਈ ਵੀ ਅਸੀਂ ਇੱਥੋਂ ਤੱਕ ਕਿ ਪੇਂਟ ਵੀ ਅਸੀਂ ਕਰਤਾ, ਮਤਲਬ ਫਲੋਰ ਤੇ ਵੀ ਪੇਂਟ ਕਰਤਾ, ਵੀ ਕਮਰਾ ਤਾਂ ਰੂਮ ਤਾਂ ਸਾਰਾ ਪੇਂਟ ਕਰਿਆ, ਠੀਕ ਹੈ। ਵੀ ਈਵਨ ਪੇਂਟ ਦ ਫਲੋਰ, ਇੱਥੋਂ ਤੱਕ ਕਿ ਅਸੀਂ ਫਲੋਰ ਆ ਜਿਹੜਾ ਉਹ ਵੀ ਅਸੀਂ ਨੇ ਪੇਂਟ ਕਰਤਾ। ਤਾਂ ਇਹ ਹੈਰਾਨੀ ਵਾਲੀ ਗੱਲ ਹੋ ਗਈ। ਇੱਥੇ ਆਪਾਂ ਈਵਨ ਦਾ ਯੂਜ਼ ਕੀਤਾ, ਦੇਖੋ ਵਰਬ ਤੋਂ ਪਹਿਲਾਂ। ਅਗਲਾ ਦੇਖੋ ਯੂ ਕੈਨ ਯੂਜ਼ ਈਵਨ, ਤੁਸੀਂ ਈਵਨ ਦਾ ਯੂਜ਼ ਹੋਰ ਵੀ ਕਿਵੇਂ ਕਰ ਸਕਦੇ ਹੋ, ਵਿਦ ਅ ਨੈਗੇਟਿਵ। ਤੁਸੀਂ ਨੈਗੇਟਿਵ, ਜਦੋਂ ਮੰਨ ਲਓ ਕੋਈ ਸੈਂਟੈਂਸ ਆਪਣਾ ਨੈਗੇਟਿਵ ਹੈ ਤਾਂ ਨੈਗੇਟਿਵ ਦੇ ਵਿੱਚ ਈਵਨ ਦਾ ਯੂਜ਼ ਕਦੋਂ ਕਰੋਗੇ? ਬਿਲਕੁਲ ਸਿੰਪਲ ਹੈ, ਮੇਨ ਵਰਬ ਤੋਂ ਪਹਿਲਾਂ ਨੈਗੇਟਿਵ ਤੋਂ ਬਾਅਦ ਚ। ਜਿਸ ਤਰ੍ਹਾਂ ਨਾਟ ਈਵਨ, ਜੇਕਰ ਕਿਸੇ ਨਾਲ ਆਪਾਂ ਇਕੱਠਾ ਯੂਜ਼ ਕਰਦੇ ਆ ਕਾਂਟ ਈਵਨ, ਡੋਂਟ ਈਵਨ, ਮਤਲਬ ਨੈਗੇਟਿਵ ਤੋਂ ਬਾਅਦ ਚ ਮੇਨ ਵਰਬ ਤੋਂ ਪਹਿਲਾਂ। ਜਿਸ ਤਰ੍ਹਾਂ ਦੇਖੋ ਆਈ ਕਾਂਟ ਕੁੱਕ, ਕਹਿੰਦਾ ਮੈਂ ਕਹਿੰਦਾ ਖਾਣਾ ਨਹੀਂ ਬਣਾ ਸਕਦਾ। I can't even boil an egg, ਇੱਥੋਂ ਤੱਕ ਕਿ ਮੈਂ ਇੱਕ ਅੰਡਾ ਵੀ ਨਹੀਂ ਉਬਾਲ ਸਕਦਾ। ਦੇਖੋ ਇਹ ਸਰਪ੍ਰਾਈਜ਼ ਵਾਲੀ ਗੱਲ ਹੈ ਜਾਂ ਹੈਰਾਨੀ ਵਾਲੀ ਹੀ ਗੱਲ ਹੈ ਤਾਂ ਹਨਾ, ਵੀ ਅੰਡਾ ਵੀ ਨਹੀਂ ਉਬਾਲ ਸਕਦਾ। ਮੇਨ ਦੇਖੋ ਇੱਥੋਂ ਤੱਕ ਕਿ ਮੈਂ ਅੰਡਾ ਵੀ ਨਹੀਂ ਉਬਾਲ ਸਕਦਾ। ਦੇਖੋ I can't ਤੋਂ ਬਾਅਦ ਚ ਹੈ, boil ਤੋਂ ਪਹਿਲਾਂ ਮੇਨ ਵਰਬ ਤੋਂ। ਇਸ ਤਰ੍ਹਾਂ ਇੱਕ ਅਗਲੀ ਐਗਜ਼ਾਮਪਲ ਦੇਖੋ, they were not very friendly to us, ਕਹਿੰਦੇ ਉਹ ਸਾਡੇ ਨਾਲ ਜ਼ਿਆਦਾ ਫਰੈਂਡਲੀ ਨਹੀਂ ਸੀਗੇ, ਕੋਈ ਬੰਦੇ ਸੀਗੇ ਉਹਨਾਂ ਦੀ ਗੱਲ ਕਰ ਰਿਹਾ ਹੈ। ਸੈਂਟੈਂਸ ਖਤਮ ਹੋ ਗਿਆ। ਅੱਗੇ ਕੀ ਕਹਿ ਰਿਹਾ, they didn't even ਸੇ ਹੈਲੋ, ਇੱਥੋਂ ਤੱਕ ਕਿ ਉਹਨਾਂ ਨੇ ਸਾਨੂੰ ਹੈਲੋ ਵੀ ਨਹੀਂ ਕੀਤਾ। ਦੇਖੋ ਇੱਥੋਂ ਤੱਕ ਕਿ ਇੱਥੋਂ ਵੀ ਹੈਰਾਨੀ ਵਾਲੀ ਗੱਲ ਹੈ। ਆਪਾਂ ਨੂੰ ਕੋਈ ਬੰਦਾ ਚਲੋ ਆਪਣਾ ਪੱਕਾ ਦੋਸਤ ਨਾ ਹੋਵੇ, ਪਰ ਫਿਰ ਵੀ ਜਦੋਂ ਆਪਣੇ ਕੋਲ ਦੀ ਲੰਘਦਾ ਆਪਾਂ ਹੈਲੋ ਹਾਈ ਕਰਕੇ ਲੰਘਦੇ ਹਾਂ, ਵੀ ਉਹਨਾਂ ਨੇ ਸਾਨੂੰ ਹੈਲੋ ਹਾਈ ਵੀ ਨਹੀਂ ਕੀਤਾ, ਤਾਂ ਸਰਪ੍ਰਾਈਜ਼ਿੰਗ ਹੈ ਜਾਂ ਫਿਰ ਅਨਯੂਜੂਅਲ ਗੱਲ ਹੈ ਇਹ। ਜਾਂ ਫਿਰ ਇੱਥੋਂ ਤੱਕ ਵੀ ਇਹਦਾ ਮੀਨਿੰਗ ਆਉਂਦਾ ਵੀ ਇੱਥੋਂ ਤੱਕ ਕਿ ਉਹਨਾਂ ਨੇ ਸਾਨੂੰ ਹੈਲੋ ਵੀ ਨਹੀਂ ਕੀਤਾ। ਤਾਂ ਦੇਖੋ ਦੇ ਡਿਡਨਟ ਤੋਂ ਬਾਅਦ ਚ ਹੈ, ਸੇ ਤੋਂ ਪਹਿਲਾਂ। ਬਸ ਇਹ ਗੱਲ ਸਮਝ ਗਏ? ਓਕੇ, ਹੁਣ ਅਗਲੀ ਤੇ ਆ ਜਾਓ ਸੀ ਪੁਆਇੰਟ ਤੇ। ਪਹਿਲੇ ਦੋ ਯਾਦ ਰੱਖਣੇ ਨੇ। ਸੀ ਦੇ ਵਿੱਚ ਦੇਖੋ ਕੀ ਕਹਿ ਰਿਹਾ, ਯੂ ਕੈਨ ਯੂਜ਼ ਈਵਨ ਪਲੱਸ ਕੰਪੈਰੇਟਿਵ। ਕੰਪੈਰੇਟਿਵ ਕੀ ਹੁੰਦੀ ਹੈ? ਜਿਹੜੀ ਕੰਪੈਰੇਟਿਵ ਡਿਗਰੀ ਹੁੰਦੀ ਹੈ ਆਪਣਾ ਐਡਜੈਕਟਿਵ ਤੇ ਐਡਵਰਬ। ਜਿਸ ਤਰ੍ਹਾਂ ਬੈਟਰ, ਗੁੱਡ ਤੋਂ ਬਾਅਦ ਗੁੱਡ ਬੈਟਰ, ਚੀਪ ਚੀਪਰ, ਓਲਡ ਓਲਡਰ, ਜਿਹੜਾ ਓਲਡਰ ਆ ਗਿਆ, ਜਿਹੜੇ ਕੰਪੈਰੇਟਿਵ ਆ ਗਏ ਉਹਨਾਂ ਤੋਂ ਆਪਾਂ ਈਵਨ ਦਾ ਪਹਿਲਾਂ ਯੂਜ਼ ਕਰਦੇ ਹਾਂ। ਪਹਿਲਾਂ ਈਵਨ ਫਿਰ ਉਹ ਕੰਪੈਰੇਟਿਵ। ਜਿਸ ਤਰ੍ਹਾਂ ਦੇਖੋ ਈਵਨ ਪਲੱਸ ਕੰਪੈਰੇਟਿਵ, ਜਿਸ ਤਰ੍ਹਾਂ ਚੀਪਰ, ਬੈਟਰ, ਮੋਰ ਐਕਸਪੈਂਸਿਵ। ਜਿਹੜੇ ਕਈ ਜਿਵੇਂ ਬਿਊਟੀਫੁਲ ਹੈ, ਬਿਊਟੀਫੁਲ ਦਾ ਕੰਪੈਰੇਟਿਵ ਕੀ ਹੁੰਦਾ? ਮੋਰ ਬਿਊਟੀਫੁਲ। ਕਈਆਂ ਨਾਲ ਮੋਰ ਲੱਗਦਾ ਨਾ, ਇਹ ਚੀਜ਼ਾਂ ਤਾਂ ਮੈਂ ਤੁਹਾਨੂੰ ਸਿਖਾ ਚੁੱਕਿਆ ਹਨਾ। ਤਾਂ ਦੇਖੋ ਜਿਸ ਤਰ੍ਹਾਂ ਸੈਂਟੈਂਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਯੂਜ਼ ਕਰਾਂਗੇ, ਕੰਪੈਰੇਟਿਵ ਤੋਂ ਪਹਿਲਾਂ, ਵੀ ਈਵਨ ਪਲੱਸ ਕੰਪੈਰੇਟਿਵ। ਜੇਕਰ ਕੰਪੈਰੇਟਿਵ ਡਿਗਰੀ ਦੇ ਲਈ ਆਪਾਂ ਈਵਨ ਦਾ ਯੂਜ਼ ਕਰ ਰਹੇ ਹਾਂ। ਦੇਖੋ ਆਈ ਗੋਟ ਅਪ ਵੈਰੀ अर्ਲੀ, ਕਹਿੰਦਾ ਮੈਂ ਬਹੁਤ ਜਲਦੀ ਉੱਠਿਆ, ਬਟ ਜੈਕ ਗੋਟ ਅਪ, ਪਰ ਜੈਕ ਹੈ ਜਿਹੜਾ, ਜੈਕ ਗੋਟ ਅਪ ਈਵਨ अर्ਲੀ, ਪਰ ਜੈਕ ਹੈ ਜਿਹੜਾ ਇੱਥੋਂ ਤੱਕ ਕਿ ਇਦੋਂ ਵੀ ਪਹਿਲਾਂ ਉੱਠਿਆ, ਈਵਨ अर्ਲੀ। ਈਵਨ अर्ਲੀ ਮਤਲਬ ਕਿ ਇੱਥੇ ਐਵਰ ਲਿਖਿਆ ਗਿਆ ਹੈ ਨਾ, ਈਵਨ अर्ਲੀ, ਇਹ ਐਨ ਹੈ, ਈਵਨ अर्ਲੀ। ਬਟ ਜੈਕ ਗੋਟ ਅਪ ਈਵਨ अर्ਲੀ, ਮਤਲਬ ਹੈਰਾਨੀ ਵਾਲੀ ਸਰਪ੍ਰਾਈਜ਼ਿੰਗ ਵਾਲੀ ਗੱਲ ਹੋ ਗਈ। ਦੇਖੋ ਅਨਯੂਜੂਅਲ ਗੱਲ ਹੋ ਗਈ ਵੀ ਆਈ ਗੋਟ ਅਪ ਵੈਰੀ अर्ਲੀ, ਮੈਂ ਬਹੁਤ ਜਲਦੀ ਉੱਠਿਆ, ਠੀਕ ਹੈ। ਬਟ ਜੈਕ ਗੋਟ ਅਪ ਈਵਨ अर्ਲੀਅਰ, ਈਵਨ ਇੱਥੇ अर्ਲੀਅਰ ਹੈ, अर्ਲੀ ਨਹੀਂ अर्ਲੀਅਰ, ਇੱਥੇ ਕੰਪੈਰੇਟਿਵ ਹੈ अर्ਲੀਅਰ, ਵੀ ਜਿਹੜਾ ਜੈਕ ਹੈ ਉਹ ਇਸ ਤੋਂ ਵੀ ਪਹਿਲਾਂ ਉੱਠਿਆ, ਠੀਕ ਹੈ। ਤਾਂ ਸਰਪ੍ਰਾਈਜ਼ਿੰਗ ਵਾਲੀ ਗੱਲ ਹੈ। ਤਾਂ ਦੇਖੋ अर्ਲੀਅਰ ਤੋਂ ਪਹਿਲਾਂ ਆਪਾਂ ਨੇ ਈਵਨ ਦਾ ਯੂਜ਼ ਕੀਤਾ। ਇੱਥੇ अर्ਲੀ ਸੀ, ਇੱਥੇ अर्ਲੀਅਰ। ਕਈ ਵਾਰ ਬੋਲਦੇ ਹੋਏ ਉਰਾਂ ਪਰਾਂ ਬੋਲਿਆ ਜਾਂਦਾ, ਸ਼ਬਦ ਦੁਬਾਰਾ ਨੋਟ ਕਰ ਲਿਆ ਕਰੋ। ਆਈ ਗੋਟ ਅਪ ਵੈਰੀ अर्ਲੀ, ਮੈਂ ਬਹੁਤ ਜਲਦੀ ਉੱਠਿਆ, ਬਟ ਜੈਕ ਗੋਟ ਅਪ ਈਵਨ अर्ਲੀਅਰ, ਈਵਨ अर्ਲੀਅਰ ਮਤਲਬ ਉਸ ਤੋਂ ਵੀ ਪਹਿਲਾਂ ਉੱਠਿਆ। ਤਾਂ ਇਹ ਸਰਪ੍ਰਾਈਜ਼ਿੰਗ ਵਾਲੀ ਗੱਲ ਹੈ। ਤਾਂ ਕੰਪੈਰੇਟਿਵ ਤੋਂ ਆਪਾਂ ਪਹਿਲਾਂ ਈਵਨ ਦਾ ਯੂਜ਼ ਇਸ ਤਰ੍ਹਾਂ ਕਰਦੇ ਹਾਂ। ਚਲੋ ਇਹ ਹੋ ਗਏ 3। ਹੁਣ ਆ ਜਾਓ ਅੱਗੇ ਡੀ, ਇਸ ਨੂੰ ਧਿਆਨ ਨਾਲ ਸਮਝੋ। ਡੀ ਦੇ ਵਿੱਚ ਕੀ ਹੈ, ਸੌਰੀ ਥੋੜਾ ਜਿਹਾ ਧੂਏ ਜੇ ਕਰਕੇ ਨਾ ਉਹ ਹੋ ਗਿਆ, ਇੰਨਾ ਕੁ ਮੈਂ ਕੱਟਦਾ ਨਹੀਂ ਹੁੰਦਾ ਵਿੱਚੋਂ ਵੀਡੀਓ ਦੇ ਵਿੱਚੋਂ ਹਨਾ, ਕੋਈ ਕਈ ਵਾਰ ਖਾਂਸੀ ਖੁੰਸੀ ਆ ਜਾਂਦੀ ਹੈ ਤਾਂ ਚਲਾ ਲਿਆ ਕਰੋ ਵਿੱਚ ਹੀ, ਠੀਕ ਹੈ। ਅੱਗੇ ਦੇਖੋ ਡੀ ਦੇ ਵਿੱਚ ਕੀ ਕਰਨਾ ਹੈ, ਹੁਣ ਤਾਂ ਇਕੱਲਾ ਈਵਨ ਸੀ, ਹੁਣ ਡੀ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇਫ, ਈਵਨ ਦੋ ਤੇ ਇਕੱਲਾ ਈਵਨ ਦੇ ਬਾਰੇ ਆਪਾਂ ਗੱਲ ਕਰ ਹੀ ਆਏ। ਇਹਨਾਂ ਦਾ ਯੂਜ਼ ਕਿਸ ਤਰ੍ਹਾਂ ਕਰਦੇ? ਸਭ ਤੋਂ ਪਹਿਲਾਂ ਇਹਨਾਂ ਦਾ ਸਿੰਪਲ ਇੱਕ ਪੰਜਾਬੀ ਦਾ ਮੀਨਿੰਗ ਦੇਖੋ। ਇਫ ਦਾ ਮਤਲਬ ਹੁੰਦਾ ਜੇਕਰ, ਆਪਾਂ ਨੂੰ ਸਿੰਪਲ ਪਤਾ ਹੈ। ਇਫ ਦਾ ਮੀਨਿੰਗ ਹੈ ਸਿੰਪਲ ਜਾਂ ਪੰਜਾਬੀ ਦੇ ਵਿੱਚ ਜੇਕਰ। ਈਵਨ ਇਫ ਦਾ ਮਤਲਬ ਹੈ ਬੇਸ਼ੱਕ। ਬੇਸ਼ੱਕ ਆਪਾਂ ਕਈ ਵਾਰ ਇਹ ਗੱਲ ਕਹਿੰਦੇ ਹੁੰਦੇ ਆ ਨਾ ਵੀ ਯਾਰ ਤੂੰ ਇਹ ਕੰਮ ਕਰ ਨਹੀਂ ਸਕਦਾ, ਬੇਸ਼ੱਕ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ। ਜਾਂ ਫਿਰ ਆਪਾਂ ਕਹੀਏ ਵੀ ਯਾਰ ਤੂੰ ਰੇਸ ਜਿੱਤ ਨਹੀਂ ਸਕਦਾ, ਬੇਸ਼ੱਕ ਜਿੰਨਾ ਮਰਜ਼ੀ ਤੇਜ਼ ਦੌੜ ਲੈ, ਉਹ ਵਾਲਾ ਬੇਸ਼ੱਕ ਹੈ ਨਾ। ਈਵਨ ਇਫ ਬੇਸ਼ੱਕ। ਈਵਨ ਦੋ ਦਾ ਮਤਲਬ ਹੁੰਦਾ ਹਾਲਾਂਕਿ। ਹਾਲਾਂਕਿ ਜਿਵੇਂ ਆਪਾਂ ਕਹੀਏ ਹਾਲਾਂਕਿ ਮੈਂ ਇਹ ਕੰਮ ਕਰਿਆ ਪਰ ਮੈਂ ਪਾਸ ਨਹੀਂ ਹੋ ਸਕਿਆ, ਹੈ ਨਾ। ਈਵਨ ਦੋ ਦਾ ਮਤਲਬ ਹਾਲਾਂਕਿ। ਈਵਨ ਦਾ ਮਤਲਬ ਇੱਥੋਂ ਤੱਕ ਕੀ ਸਿੰਪਲ ਹੈ। ਹੁਣ ਦੇਖੋ ਅੱਗੇ ਵੀ ਯੂਜ਼ ਈਵਨ ਇਫ। ਸਭ ਤੋਂ ਪਹਿਲਾਂ ਦੇਖੋ ਈਵਨ ਦਾ ਤਾਂ ਆਪਾਂ ਨੂੰ ਪਤਾ ਯੂਜ਼ ਆਪਾਂ ਕਿੱਥੇ ਕਰਦੇ ਹਾਂ,
ਈਵਨ ਦਾ ਯੂਜ਼ ਆਪਾਂ ਮੇਨ ਵਰਬ ਤੋਂ ਪਹਿਲਾਂ ਜਾਂ ਫਿਰ ਕੰਪੈਰੇਟਿਵ ਦੇ ਨਾਲ ਹੋਵੇ ਜਾਂ ਕੰਪੈਰੇਟਿਵ ਤੋਂ ਪਹਿਲਾਂ ਮੇਨ ਵਰਬ ਤੋਂ ਪਹਿਲਾਂ। ਜਿਹੜਾ ਈਵਨ ਇਫ ਹੈ ਅਤੇ ਈਵਨ ਦੋ ਹੈ ਇਹਦਾ ਯੂਜ਼ ਆਪਾਂ ਕਰਦੇ ਹਾਂ ਪਲੱਸ ਸਬਜੈਕਟ ਤੋਂ ਪਹਿਲਾਂ, ਉਸ ਤੋਂ ਬਾਅਦ ਫਿਰ ਵਰਬ ਆਉਂਦੀ ਹੈ। ਈਵਨ ਇਫ ਤੇ ਈਵਨ ਦੋ ਦਾ ਆਪਾਂ ਯੂਜ਼ ਸਬਜੈਕਟ ਤੋਂ ਪਹਿਲਾਂ ਕਰਦੇ ਹਾਂ, ਠੀਕ ਹੈ। ਸਬਜੈਕਟ ਤੋਂ ਪਹਿਲਾਂ ਸਮਝ ਗਏ। ਇੱਕ ਸੈਂਟੈਂਸ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਯੂਜ਼ ਹੋਏਗਾ ਈਵਨ ਇਫ ਜਾਂ ਈਵਨ ਦੋ ਦਾ, ਉਸ ਤੋਂ ਬਾਅਦ ਕੋਈ ਨਾ ਕੋਈ ਸਬਜੈਕਟ ਹੋ, ਕੋਈ ਨਾ ਕੋਈ ਇਜ਼ ਆਪਣਾ, ਕੋਈ ਨਾ ਕੋਈ ਆਈ ਵੀ ਯੂ ਦੇ ਹੀ ਸ਼ੀ ਇਟ, ਇਸ ਤਰ੍ਹਾਂ ਕੋਈ ਨਾ ਕੋਈ ਸਬਜੈਕਟ ਹੈ ਜਿਹੜਾ ਉਹ ਹੋਊਗਾ। ਸਮਝ ਗਏ, ਬਸ ਸਿੰਪਲ ਜਿਹਾ ਮੀਨਿੰਗ ਹੈ। ਜਿਹੜਾ ਇਫ ਹੈ, ਇਫ ਦਾ ਮੀਨਿੰਗ ਵੀ, ਇਫ ਦਾ ਯੂਜ਼ ਵੀ ਆਪਾਂ ਪਹਿਲਾਂ ਕਰਦੇ ਵੀ ਰਹਿੰਦੇ ਹਾਂ। ਇਫ ਦਾ ਯੂਜ਼ ਵੀ ਸਬਜੈਕਟ ਤੋਂ ਪਹਿਲਾਂ ਹੀ ਹੁੰਦਾ, ਠੀਕ ਹੈ। ਓਕੇ, ਹੁਣ ਦੇਖੋ ਐਗਜ਼ਾਮਪਲ, ਈਵਨ ਦੋ ਸ਼ੀ ਕਾਂਟ ਡਰਾਈਵ। ਦੇਖੋ ਈਵਨ ਦੋ ਆ ਗਿਆ, ਉਦੋਂ ਬਾਅਦ ਸ਼ੀ ਆ ਗਿਆ, ਮਤਲਬ ਸਬਜੈਕਟ ਤੋਂ ਪਹਿਲਾਂ। ਇਹ ਚਲੋ ਸ਼ੁਰੂ ਦੇ ਵਿੱਚ ਹੋ ਗਿਆ। ਈਵਨ ਦੋ ਦਾ ਮਤਲਬ ਦੇਖੋ ਕਿ ਹਾਲਾਂਕਿ, ਤਾਂ ਇਹ ਕਹਿ ਰਿਹਾ ਈਵਨ ਦੋ ਸ਼ੀ ਕਾਂਟ ਡਰਾਈਵ, ਕਹਿੰਦਾ ਹਾਲਾਂਕਿ ਉਸ ਨੂੰ ਡਰਾਈਵ ਕਰਨਾ ਨਹੀਂ ਆਉਂਦਾ। ਅੱਗੇ ਕੀ ਕਹਿੰਦਾ, ਸ਼ੀ ਹੈਜ਼ ਅ ਕਾਰ, ਵੀ ਮਤਲਬ ਉਹਦੇ ਲਈ ਕਾਰ ਫਿਰ ਵੀ ਹੈਗੀ ਹੈ। ਤਾਂ ਇਹ ਕਹਿਣ ਦਾ ਮਤਲਬ ਇਹ ਕਹਿ ਰਿਹਾ ਵੀ ਉਹਦੇ ਕੋਲ ਕਾਰ ਹੈਗੀ ਹੈ, ਹਾਲਾਂਕਿ ਉਸ ਨੂੰ ਡਰਾਈਵ ਕਰਨਾ ਨਹੀਂ ਆਉਂਦਾ। ਇਹਦਾ ਮਤਲਬ ਇੱਥੇ ਹਾਲਾਂਕਿ ਵਾਲਾ ਹੋ ਗਿਆ, ਵੀ ਉਸਦੇ ਕੋਲ ਕਾਰ ਹੈਗੀ ਆ, ਹਾਲਾਂਕਿ ਉਸ ਨੂੰ ਡਰਾਈਵ ਨਹੀਂ ਕਰਨਾ ਆਉਂਦਾ, ਪਰ ਫਿਰ ਵੀ ਉਹਦੇ ਕੋਲ ਕਾਰ ਹੈਗੀ ਹੈ। ਸਮਝ ਰਹੇ ਹੋ ਨਾ, ਵੀ ਹਾਲਾਂਕਿ ਉਸ ਨੂੰ ਡਰਾਈਵ ਕਰਨਾ ਨਹੀਂ ਆਉਂਦਾ, ਫਿਰ ਵੀ ਉਹਦੇ ਕੋਲ ਕਾਰ ਹੈ ਜਿਹੜੀ ਉਹ ਹੈਗੀ ਹੈ। ਦੇਖੋ ਈਵਨ ਦੋ, ਠੀਕ ਹੈ, ਈਵਨ ਦੋ ਦਾ ਯੂਜ਼ ਹੋਇਆ। ਅਗਲਾ ਦੇਖੋ, ਦਿਸ ਰਿਵਰ ਇਜ਼ ਡੇਂਜਰਸ ਟੂ ਸਵਿਮ ਇਨ ਇਟ। ਕਹਿੰਦਾ ਜਿਹੜੀ ਇਹ ਰਿਵਰ ਹੈ, ਜਿਹੜੀ ਇਹ ਨਦੀ ਹੈ, ਇਸ ਦੇ ਵਿੱਚ ਸਵਿਮ ਕਰਨਾ ਡੇਂਜਰਸ ਹੈ, ਖਤਰਨਾਕ ਹੈ। ਅੱਗੇ ਕੀ ਕਹਿ ਰਿਹਾ, ਈਵਨ ਇਫ ਦਾ ਮਤਲਬ ਬੇਸ਼ੱਕ, ਹੈ ਨਾ। ਈਵਨ ਇਫ ਬੇਸ਼ੱਕ ਯੂ ਆਰ ਅ ਸਟਰੋਂਗ ਸਵਿਮਰ, ਬੇਸ਼ੱਕ ਤੁਸੀਂ ਇੱਕ ਸਟਰੋਂਗ ਸਵਿਮਰ ਹੋ। ਕਹਿੰਦਾ ਇਸ ਨਦੀ ਦੇ ਵਿੱਚ ਤੈਰਨਾ ਖਤਰਨਾਕ ਹੈ, ਬੇਸ਼ੱਕ ਤੁਸੀਂ ਇੱਕ ਸਟਰੋਂਗ ਸਵਿਮਰ ਹੋ, ਠੀਕ ਹੈ। ਬੇਸ਼ੱਕ ਦਾ ਮੀਨਿੰਗ ਆ ਰਿਹਾ ਈਵਨ ਇਫ, ਸਮਝ ਗਏ ਨਾ। ਹੁਣ ਦੇਖੋ ਅੱਗੇ ਆਪਾਂ ਕੰਪੇਅਰ ਕਰਦੇ ਹਾਂ ਈਵਨ ਇਫ ਅਤੇ ਈਵਨ ਦਾ। ਈਵਨ ਇਫ ਦਾ ਮਤਲਬ ਹੁੰਦਾ ਬੇਸ਼ੱਕ, ਈਵਨ ਦਾ ਮਤਲਬ ਹੁੰਦਾ ਇੱਥੋਂ ਤੱਕ ਕਿ, ਹੈ ਨਾ। ਹੁਣ ਦੇਖੋ ਸਮਝੋ ਦੋਵਾਂ ਨੂੰ। ਪਹਿਲਾ ਦੇਖੋ ਸੈਂਟੈਂਸ, ਪਹਿਲਾ ਕਹਿ ਰਿਹਾ ਇਟਸ ਡੇਂਜਰਸ ਟੂ ਸਵਿਮ ਹੇਅਰ, ਮਤਲਬ ਇੱਥੇ ਸਵਿਮ ਕਰਨਾ, ਇੱਥੇ ਤੈਰਨਾ ਖਤਰਨਾਕ ਹੈ। ਈਵਨ ਇਫ ਬੇਸ਼ੱਕ ਯੂ ਆਰ ਅ ਸਟਰੋਂਗ ਸਵਿਮਰ, ਉਹੀ ਗੱਲ ਆ ਗਈ ਨਾ। ਕਹਿੰਦਾ ਇਟਸ ਡੇਂਜਰਸ ਟੂ ਸਵਿਮ ਹੇਅਰ, ਇੱਥੇ ਸਵਿਮ ਕਰਨਾ ਖਤਰਨਾਕ ਹੈ, ਬੇਸ਼ੱਕ ਯੂ ਆਰ ਅ ਸਟਰੋਂਗ ਸਵਿਮਰ, ਬੇਸ਼ੱਕ ਤੁਸੀਂ ਇੱਕ ਸਟਰੋਂਗ ਸਵਿਮਰ ਹੋ, ਠੀਕ ਹੈ। ਮਤਲਬ ਫਿਰ ਵੀ ਖਤਰਨਾਕ ਹੈ। ਬਟ ਅਗਲਾ ਸੈਂਟੈਂਸ ਦੇਖੋ, ਦਿਸ ਰਿਵਰ ਇਜ਼ ਡੇਂਜਰਸ, ਇਹ ਨਦੀ ਖਤਰਨਾਕ ਹੈ, ਠੀਕ ਹੈ। ਦਿਸ ਰਿਵਰ ਇਜ਼ ਡੇਂਜਰਸ, ਇਹ ਨਦੀ ਖਤਰਨਾਕ ਹੈ। ਈਵਨ ਇੱਥੋਂ ਤੱਕ ਕਿ ਫॉर ਸਟਰੋਂਗ ਸਵਿਮਰ, ਇੱਥੋਂ ਤੱਕ ਕਿ ਸਟਰੋਂਗ ਜਿਹੜੇ ਸਵਿਮਰ ਨੇ ਉਹਨਾਂ ਦੇ ਲਈ ਵੀ। ਤਾਂ ਇੱਥੇ ਦੇਖੋ ਮਤਲਬ ਨਿਕਲ ਰਿਹਾ ਹੈ ਇੱਥੋਂ ਤੱਕ ਕਿ, ਠੀਕ ਹੈ। ਹੁਣ ਇੱਥੇ ਆਪਾਂ ਈਵਨ ਇਫ ਦਾ ਯੂਜ਼ ਨਹੀਂ ਕਰ ਸਕਦੇ, ਫਿਰ ਇਹ ਬਣ ਜਾਂਦਾ ਇਹ ਨਦੀ ਖਤਰਨਾਕ ਹੈ ਬੇਸ਼ੱਕ ਸਟਰੋਂਗ ਸਵਿਮਰਾਂ ਲਈ। ਬੇਸ਼ੱਕ ਤਾਂ ਇੱਥੇ ਦੇਖੋ ਮੀਨਿੰਗ ਹੀ ਨਹੀਂ ਹੁੰਦਾ, ਆਪਾਂ ਇਹ ਥੋੜੀ ਕਹਾਂਗੇ ਵੀ ਇਹ ਨਦੀ ਖਤਰਨਾਕ ਹੈ ਬੇਸ਼ੱਕ ਸਟਰੋਂਗ ਸਵਿਮਰਾਂ ਲਈ, ਬੇਸ਼ੱਕ ਸਟਰੋਂਗ ਸਵਿਮਰਾਂ ਲਈ ਨਹੀਂ, ਇੱਥੋਂ ਤੱਕ ਕਿ ਸਟਰੋਂਗ ਸਵਿਮਰ ਦੇ ਲਈ ਵੀ। ਇੱਥੇ ਆਉਂਦਾ ਬੇਸ਼ੱਕ ਦਾ, ਵੀ ਇਸ ਨਦੀ ਦੇ ਵਿੱਚ ਤੈਰਨਾ ਖਤਰਨਾਕ ਹੈ, ਬੇਸ਼ੱਕ ਤੁਸੀਂ ਇੱਕ ਸਟਰੋਂਗ ਸਵਿਮਰ ਹੋ। ਸਮਝ ਗਏ ਨਾ। ਹੁਣ ਅਗਲਾ ਦੇਖੋ ਕੰਪੇਅਰ ਈਵਨ ਇਫ ਦਾ ਮਤਲਬ ਬੇਸ਼ੱਕ ਤੇ ਇਫ ਦਾ ਮਤਲਬ ਹੁੰਦਾ ਹੈ ਜੇਕਰ। ਤਾਂ ਬਿਲਕੁਲ ਸਿੰਪਲ ਹੈ ਨਾ। ਤਾਂ ਬੇਸ਼ੱਕ ਜੇਕਰ, ਦੇਖੋ ਦੋਨੋਂ ਸਿਚੁਏਸ਼ਨ ਸਮਝੋ, ਇੱਕੋ ਜਿਹੀਆਂ ਸਿਚੁਏਸ਼ਨ ਨੇ, ਬਹੁਤ ਇੰਟਰਸਟਿੰਗ ਨੇ। ਪਹਿਲੀ ਦੇ ਵਿੱਚ ਕਹਿ ਰਿਹਾ ਦ ਬੱਸ ਲੀਵਸ ਇਨ 5 ਮਿੰਟਸ, ਕਹਿੰਦਾ ਜਿਹੜੀ ਬੱਸ ਹੈ 5 ਮਿੰਟ ਦੇ ਵਿੱਚ ਮਤਲਬ ਚੱਲ ਪੂ, ਕਹਿੰਦਾ, ਠੀਕ ਹੈ। ਤਾਂ ਅੱਗੇ ਕੀ ਕਹਿ ਰਿਹਾ, ਬਟ ਵੀ ਕੈਨ ਸਟਿਲ ਕੈਚ ਇਟ, ਪਰ ਇਸ ਨੂੰ ਹਜੇ ਵੀ ਆਪਾਂ ਫੜ ਸਕਦੇ ਹਾਂ ਬੱਸ ਨੂੰ। ਕਹਿੰਦਾ ਬੱਸ 5 ਮਿੰਟਾਂ ਦੇ ਵਿੱਚ ਚੱਲੂਗੀ, ਬਟ ਵੀ ਕੈਨ ਸਟਿਲ ਕੈਚ ਇਟ, ਪਰ ਹਜੇ ਵੀ ਆਪਾਂ ਇਸ ਬੱਸ ਦੇ ਵਿੱਚ ਕਹਿੰਦਾ ਚੜ ਸਕਦੇ ਹਾਂ। ਇਫ ਵੀ ਰਨ, ਜੇਕਰ ਅਸੀਂ ਦੌੜਦੇ ਹਾਂ। ਤਾਂ ਬਿਲਕੁਲ ਦੇਖੋ ਸੈਂਸ ਬਣ ਰਹੀ ਹੈ ਨਾ। ਕਹਿੰਦਾ 5 ਮਿੰਟਾਂ ਦੇ ਵਿੱਚ ਬੱਸ ਨਿਕਲੂਗੀ, ਪਰ ਅਸੀਂ ਫਿਰ ਵੀ ਉਸ ਬੱਸ ਦੇ ਵਿੱਚ ਜਾ ਕੇ ਚੜ ਸਕਦੇ ਹਾਂ ਜੇਕਰ ਅਸੀਂ ਦੌੜ ਕੇ ਜਾਂਦੇ ਹਾਂ। ਤਾਂ ਇੱਥੇ ਜੇਕਰ ਦਾ ਆਉਂਦਾ ਮੀਨਿੰਗ। ਬਟ ਅਗਲੀ ਦੇਖੋ, ਦ ਬੱਸ ਲਿਵਸ ਇਨ 2 ਮਿੰਟਸ, ਕਹਿੰਦਾ ਜਿਹੜੀ ਬੱਸ ਹੈ 2 ਮਿੰਟਾਂ ਦੇ ਵਿੱਚ ਚੱਲ ਪੂਗੀ। ਵੀ ਵੋਂਟ ਕੈਚ ਇਟ ਨਾਓ, ਅਸੀਂ ਉਸ ਬੱਸ ਨੂੰ ਹੁਣ ਨਹੀਂ ਫੜ ਸਕਦੇ। ਈਵਨ ਇਫ ਵੀ ਰਨ, ਬੇਸ਼ੱਕ ਅਸੀਂ ਭੱਜ ਲਈਏ, ਕਿਉਂਕਿ ਇੱਥੇ ਇਧਰ ਨੈਗੇਟਿਵ ਆ ਗਿਆ, ਨੈਗੇਟਿਵਿਟੀ ਦਿਖਾਤੀ ਵੀ ਅਸੀਂ ਫੜ ਨਹੀਂ ਸਕਦੇ, ਉਸ ਬੱਸ ਦੇ ਵਿੱਚ ਅਸੀਂ ਚੜ੍ਹ ਨਹੀਂ ਸਕਦੇ, ਬੇਸ਼ੱਕ ਅਸੀਂ ਦੌੜ ਕੇ ਵਗ ਜਾਈਏ। ਬਟ ਉੱਪਰਲੇ ਦੇ ਵਿੱਚ ਕਹਿ ਰਿਹਾ ਵੀ ਅਸੀਂ ਉਸ ਬੱਸ ਨੂੰ ਫੜ ਸਕਦੇ ਹਾਂ ਜੇਕਰ ਅਸੀਂ ਦੌੜ ਕੇ ਜਾਂਦੇ ਹਾਂ। ਤਾਂ ਆਈ ਹੋਪ ਕਿ ਇਹ ਸਾਰਾ ਕੁਝ ਤੁਹਾਨੂੰ ਪਤਾ ਚੱਲ ਗਿਆ ਕਿੱਥੇ ਕਿਸ ਦਾ ਯੂਜ਼ ਕਰਨਾ ਹੈ। ਬਿਲਕੁਲ ਸਿੰਪਲ ਹੈ। ਸੋ ਇਹ ਸਾਰੇ ਜਿਹੜੇ ਰੂਲਸ ਨੇ ਆਪਣੀ ਨੋਟਬੁੱਕ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਲਿਖਣੇ ਨੇ, ਇਹਨਾਂ ਨੂੰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਆਪਾਂ ਇਸ ਯੂਨਿਟ ਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ ਉਹ ਆਪਾਂ ਕਰਾਂਗੇ।
एंड इस तो अगे देखो अपनी इस यूनिट की जी अपनी एक्सरसाइजेज ने वो आप करते हैं है ना। सब तो पहले आप सैकेंड एक्सरसाइज करांगे, फर्स्ट एक्सरसाइज है जी वो आपने नहीं करनी, छड्ड सकते हो। सैकेंड जी अपनी एक्सरसाइज है वो दो पार्ट्स दे विच है। एक तो देखो पहला पार्ट हो गया जिस दे विच 4 सेंटेंस ने, और एक अगला पार्ट हो गया जिस दे विच अगे 5 सेंटेंस ने। सब तो पहले आप शुरुआत करते हैं पहले पार्ट दे विच। पहले पार्ट दे विच आपने की करना, देखो मेक सेंटेंसेस विद ईवन, कहते सेंटेंस बनाओ ईवन दे नाल। यूज द वर्ड्स इन ब्रैकेट, जो ब्रैकेट दे विच शब्द दिते ने वो तुसी मतलब शब्द जिहड़े वो तुसी ने यूज करने ने। हुण देखो कुल मिला के करना की है, ये जिसका फर्स्ट सेंटेंस है, फर्स्ट सेंटेंस इन्होंने देखो इत्थे तक ये पूरा कंप्लीट होया ना, इन्होंने कंप्लीट देता, अपने सारा पढ़ना है। और अगे जिहड़े आ ब्रैकेट दे विच शब्द दिते ने, ये शब्द अपने यूज करके नाल ईवन दा यूज करके अपने इत्थे एक नवां सेंटेंस बनाउणा है। ठीक है, इस तरह नैक्सट है, ये पूरा सेंटेंस पढ़ो, उस तो बाद जिहड़े शब्द ब्रैकेट दे विच दिते ने इन्हां शब्दां दा यूज करके और नाल ईवन दा भी यूज करना, एक नवां सेंटेंस बनाउणा है। सीधा एक सिंपल जा फंडा दसा बनाना किस तरह है। देखो आ फर्स्ट वाला स्ट्रक्चर ये पहले पार्ट का, ये याद रखना है। सब तो पहले आप यूज करांगे सब्जैक्ट, नोट कर लो नोटबुक के उपर, बिल्कुल सिंपल है। सब तो पहले आप यूज करांगे सब्जैक्ट, उस तो बाद आप ब्रैकेट दे विच मैं रखे हेल्पिंग वर्ब, क्योंकि जेकर पास्ट इंडेफिनिट टेंस होया उस दे विच हेल्पिंग वर्ब नहीं हुंदा, सीधा सब्जैक्ट तो बाद वर्ब की सैकेंड फॉर्म हुंदी है ना। तो पहला सब्जैक्ट, फिर जेकर हेल्पिंग वर्ब है, हेल्पिंग वर्ब नहीं है तो कोई प्रॉब्लम नहीं, हेल्पिंग वर्ब उस तो बाद प्लस आप यूज करना है ईवन, ईवन का यूज करना याद रखियो। उस तो बाद प्लस आप मेन वर्ब का यूज करना है, मेन वर्ब उही जी इन्होंने पहला दी है। ठीक है, उस तो बाद प्लस आप जो ब्रैकेट दे विच इन्होंने दिता है उसका यूज करना है। देखो आप पहला सेंटेंस पढ़ना है, ठीक है। जिस तरह मान लो पहला सेंटेंस है, ये पहले सेंटेंस दे विच कह रहे ने लारा हैज बीन ऑल ओवर द वर्ल्ड। इसका मतलब हो गया लारा हैज बीन ऑल ओवर द वर्ल्ड, भी जी लारा वो सारी दुनिया दे विच जा आई, भी सारी दुनिया दे विच घूम आई। ओके, ये तो कंप्लीट है। इन्होंने ब्रैकेट दे विच दिता द अंटार्कटिक, द अंटार्कटिक। हुण आपां ने ईवन दे नाल ये बनाउणा है, इसदा मतलब हुण जिहड़ा अगे अपना सेंटेंस बनू वो सेंटेंस ये बनूगा। पहला तो इन्होंने कहा लारा सारी दुनिया दे विच जा आई, हुण अगे आपां कहांगे इत्थों तक कि अंटार्कटिक दे विच भी जा आई, इत्थों तक कि वो अंटार्कटिक दे विच भी जा आई। बिल्कुल सिंपल गल है ना। तो सब तो पहले आप सब्जैक्ट यूज करांगे, सब्जैक्ट की है लारा, तो लारा आप इत्थे इसदा ओह यूज कर सकते हैं, प्रोनाउन यूज कर सकते हैं। ठीक है, शी, लारा की जगह ते शी। उस तो बाद की है हैज, है ना, हैज हेल्पिंग वर्ब है, इत्थे बीन है जी याद रखियो मेन वर्ब है, बी दी थर्ड फॉर्म है बीन। तो हैज का यूज करांगे, हेल्पिंग वर्ब आ गई, तो आप कहांगे शी हैज, शी हैज। उस तो बाद आप यूज करांगे ईवन, शी हैज ईवन, शी हैज ईवन। ठीक है, नाल हुंदे याद रखी चलो, शी हैज ईवन। उस बाद मेन वर्ब बीन, तो आप बीन लिखांगे इत्थे, शी हैज ईवन बीन। हुण देखो इत्थे इन्होंने कहा सी शी हैज बीन ऑल ओवर द वर्ल्ड, भी पूरी दुनिया दे विच जाई। ऑल ओवर द वर्ल्ड तो आप दसता पूरी दुनिया दे विच जाई। हुण आपां इह दसना है भी इत्थों तक के अंटार्कटिक दे विच भी जाई। हुण आपां इहदी जगह ते ऑल ओवर द वर्ल्ड जिहड़ा इन्होंने दस्सिया सी इहदी जगह ते आपां द अंटार्कटिक लिखांगे, भी शी हैज ईवन बीन द अंटार्कटिक, द अंटार्कटिक। अंटार्कटिक के स्पेलिंग गलत हो गए, सी आऊगा। देखो शी हैज ईवन बीन द अंटार्कटिक, बस इस तरह बनाने सारे। ठीक है, इसी तरह अगला देखो, कहना वी पेंटेड द होल रूम, असी पूरा रूम पेंट करता। हुण ब्रैकेट दे विच हैगा द फ्लोर, इहदा मतलब उत्थे हुण आपां कहांगे इत्थों तक कि फ्लोर भी पेंट करता, ईवन दे नाल जदों बनावांगे। तो इहदा मतलब इत्थे आपां कह रहे हैं वी पेंटेड, असी पेंट करता, की करता, द होल रूम पेंट करता। तो द होल रूम दे जगह ते आपां कहांगे इत्थों तक कि द फ्लोर भी करता, इहदी जगह ते द होल रूम दी जगह ते बस द फ्लोर आ जाएगा। बाकी सारा कुछ बाकी सारा कुछ देखो सेम ही लिखांगे। पहला सब्जैक्ट आ गया वी तो बाद पेंटेड मेन वर्ब है, हेल्पिंग वर्ब है नहीं, तो मेन वर्ब तो पहला ही आप ईवन का यूज करांगे, वी ईवन, फिर थर्ड फॉर्म पेंटेड, अपना सॉरी सेकंड फॉर्म है, पास्ट इंडेफिनिट है। वी ईवन पेंटेड, वी ईवन पेंटेड। उस तो बाद देखो द होल रूम की जगह पे आप द फ्लोर कर देंगे, वी ईवन पेंटेड द फ्लोर। बिल्कुल सिंपल जी गल है, आई होप कि तुहाडे समझ आ रहा है, ध्यान नाल सुनियो। थर्ड देखो रैचल हैज मैट
लॉट्स ऑफ फेमस पीपल, जिहड़ी रिच है, ठीक है, हैज़ मैट लॉट्स ऑफ फेमस पीपल, और बहुत सारे फेमस जिहड़े पीपल ने उन्होंने मिल चुकी है। अगे है द प्राइम मिनिस्टर, ਇਹਦਾ मतलब आप ਹੁਣ कहांगे इत्थों तक कि प्राइम मिनिस्टर ਨੂੰ मिल चुकी है, तो आप कहांगे शी, रैचल ਦਾ ਗਿਆ शी, उस तो बाद हेल्पिंग वर्ब हैगी हैज़, शी हैज़, उस तो बाद ईवन, शी हैज़ ईवन मैट, शी हैज़ ईवन मैट द प्राइम मिनिस्टर, ब्रैकेट वाला लिख देंगे द प्राइम मिनिस्टर। देखो की औखा दे विच अगे देखो फोर्थ, यू कुड हीयर द नॉइस, कहना तुसी जिहड़ी नॉइस है, आवाज़ है जिहड़ी, सुन सकते सी फ्रॉम अ लॉन्ग वे अवे, फ्रॉम अ लॉन्ग वे अवे, जिहड़ी आ चीज़ है ना फ्रॉम अ लॉन्ग वे अवे, तो इसकी जगह ते इत्थे लिखिया है फ्रॉम द नैक्सट स्ट्रीट। मतलब इत्थे तो इन्होंने आपां नूं दस्सिया है भी यू कुड हीयर द नॉइस, जिहड़ी नॉइस है वो तुसी सुन सकते सी, कित्थों, फ्रॉम अ लॉन्ग वे अवे, भी बहुत दूरों सुन सकते सी। तो ब्रैकेट दे विच कहता फ्रॉम द नैक्सट स्ट्रीट, ਇਹਦਾ मतलब ਆਪਾਂ ਹੁਣ ਇੱਥੇ ਕਹਾਂਗੇ ਵੀ ਇੱਥੋਂ ਤੱਕ ਕਿ ਅਗਲੀ ਗਲੀ ਦੇ ਵਿੱਚ ਵੀ ਆਵਾਜ਼ ਹੈ ਜਿਹੜੀ ਉਹ ਸੁਣ ਸਕਦੀ ਸੀ। ਤਾਂ ਇਸ ਦੀ ਜਗ੍ਹਾ ਤੇ ਫਰੋਮ ਅ ਲੌਂਗ ਵੇ ਅਵੇ ਦੀ ਜਗ੍ਹਾ ਤੇ ਫਰੋਮ ਦ ਨੈਕਸਟ ਸਟਰੀਟ ਲਿਖਾਂਗੇ, ਬਾਕੀ ਸਾਰਾ ਸੇਮ ਉਸੇ ਤਰ੍ਹਾਂ ਰਹੇਗਾ। ਸਭ ਤੋਂ ਪਹਿਲਾਂ ਯੂ ਆ ਗਿਆ ਸਬਜੈਕਟ, ਫਿਰ ਕੁੱਡ ਆ ਗਿਆ, ਦੇਖੋ ਹੈਲਪਿੰਗ ਵਰਬ ਹੈ, ਫਿਰ ਕੁੱਡ, ਹੀਅਰ ਮੇਨ ਵਰਬ ਹੈ, ਉਸ ਤੋਂ ਪਹਿਲਾਂ ਈਵਨ, ਈਵਨ ਯੂ ਕੁੱਡ ਈਵਨ ਹੀਅਰ, वर्ब की फॉर्म जिहड़ी इत्थे होगी इन्होंने दिती है, बस सेम उस फॉर्म दे विच लिखनी है। यू कुड ईवन हीयर, यू कुड ईवन हीयर तो आ गया, तुसी सुन सकते सी, हुण की सुन सकते सी, द नॉइस आपां इत्थे इस तरह लिख देना है, द नॉइस, यू कुड ईवन हीयर द नॉइस, उस तो बाद फ्रॉम द नैक्सट स्ट्रीट, बस आप लिख देंगे इहदी जगह ते फ्रॉम द नैक्सट स्ट्रीट। दसो की औखा है, कोई औखा तो नहीं है, बस आ स्ट्रक्चर याद रखो, उस तरह ईवन लगा के मेन वर्ब तो पहला लिखी जाओ, सारा कुछ लेना यही है, मेन वर्ब सेम यही, जेकर इत्थे बीन है तो बीन ही लगेगी, इत्थे पेंटेड है पेंटेड ही लगेगी, है ना, इत्थे मैट है मैट ही, इत्थे हीयर है तो हीयर ही, वर्ब फॉर्म नहीं चेंज करनी, बस तुसी की करना है, सब्जैक्ट भी सेम ही आएगा, ठीक है, जे रैचल है नाम की जगह पे बस प्रोनाउन यूज कर लेना है, उस तो बाद हेल्पिंग वर्ब है जो भी सेम आएगा, तुसी विचाले बस ईवन पा देना है, उस तो बाद मेन वर्ब, उस तो अगला जो कुछ इन्होंने कहा है भी ऑल ओवर द वर्ल्ड घूम चुकी है, तो ਉਹਦੇ रिप्लेस ਦੇ ਵਿੱਚ ਇਹਨਾਂ ਨੇ ब्रैकेट ਦੇ ਵਿੱਚ ਦਿੱਤਾ है इत्थों तक कि अंटार्कटिक ਦੇ ਵਿੱਚ भी, ਇਹਦੀ जगह ਤੇ बस आ सारे ਦੀ जगह ਤੇ आ जू, जिवें च क्या है द होल रूम, सारा रूम पेंट करता, उस तो बाद सारे रूम का देख कंपीटीशन है जिहड़ा, मतलब ਇਹਦੇ कंपीटीशन ਦੇ ਵਿੱਚ ਇਹਨਾਂ ने लिखा द फ्लोर, भी इत्थों तक कि फ्लोर भी पेंट करता, बस उस तरह तुसी, आई होप कि तुहानूं समझ आ गई है ना, इन्ना तो बोलने की जरूरत नहीं, इंग्लिश फैमिली 87 तो पढ़ते हो, चक दोगे फट्टे, मैनूं पता है। अगला देखो, नाउ मेक सेंटेंसेस विद अ नेगेटिव प्लस ईवन, कुछ नहीं, बिल्कुल सेम आही है, बस नेगेटिव प्लस तुसीं ने की करना है, नेगेटिव प्लस ईवन लिखना है, बाकी ब्रैकेट वाले उस तरह ब्रैकेट वाले यूज करने ने जिस तरह यूज करे ने, समझ आ गई। देखो स्ट्रक्चर ये बनूगा, पहला सब्जैक्ट आऊ, फिर नेगेटिव आऊ, नेगेटिव इज नॉट, डू नॉट, या फिर इकट्ठा डोंट, कैन नॉट, या फिर कांट, मतलब इस तरह नेगेटिव होगा, पहला सब्जैक्ट फिर नेगेटिव, फिर तुसी ईवन का यूज करना है, फिर मेन वर्ब आ जाएगी, उस तो बाद प्लस बस ब्रैकेट वाला लिख देना है, ब्रैकेट वाला, ठीक है। देखो मेन वर्ब तो बाद बस तुसी ब्रैकेट वाला चेप देना, ठीक है। आ बस स्ट्रक्चर इस तरह याद रखियो। देखो जिवें फर्स्ट है, दे डिडंट से एनीथिंग टू अस, ठीक है, दे डिडंट से, उन्होंने नहीं कहा, की नहीं कहा, एनीथिंग टू अस, एनीथिंग टू अस, उन्होंने सानू कुछ नहीं कहा, ब्रैकेट दे विच है हैलो, ਇਹਦਾ मतलब हुण आपां कहांगे इत्थों तक कि उन्होंने हैलो भी नहीं कहा, ठीक है, तब कहांगे सारा कुछ सेम, आपां मैं हर बार सेम नूं छेम छेम बोलिया जा रहा मैथों, है ना, क्योंकि बहुत सारे जिहड़े शब्द ने इस तो पहला मैं पढ़ के हटिया, वो श वाले पढ़ के हटिया, तो जबान है जिहड़ी स ते छ दे विच बहुत ज़्यादा मेरी जबान है जिहड़ी वो पजल हुंदी है, इसे करके जदों मेरी जबान दे विचों ये शब्द इस तरह निकल जाते हैं ना, तो मैं कट नहीं करता, ਚੱਲਣ ਦੇ कोई गल नहीं, चलो हो जाता है बहुत सारे तो। आई होप कि तुम समझ सकते हो, है ना, ये चीज़ों दी चलो कोई ज़्यादा वो नहीं करीदा मैटर, ये जवान होंगी है किसी की किस तरह चलती है, किसी की किस तरह। देखो दे डिडंट, ठीक है, सब तो पहले आप दे आ गया, दे तो बाद नैगेटिव लगावांगे, दे डिडंट, दे डिडंट तो बाद आप ईवन का यूज करांगे, दे डिडंट ईवन, उस तो बाद मेन वर्ब केड़ी है, से, दे डिडंट ईवन से हेलो, ब्रैकेट वाला हेलो, कंप्लीट है। अगला देखो, आई कांट रिमेंबर एनीथिंग अबाउट हर,
आई कांट रिमेंबर एनीथिंग अबाउट हर, मैं उसके बारे है ना आई कांट नहीं याद रख सकती एनीथिंग अबाउट हर, तो आप लिख देंगे हर नेम, आप कहेंगे इत्थों तक कि उसका नाम भी नहीं मैंने याद रहिंदा, इसका मतलब ये बनूगा। आप कहेंगे पहला आई कांट, कांट तो बाद ईवन, आई कांट ईवन, उस तो बाद वर्ब की फॉर्म है रिमेंबर, सेम लिखांगे रिमेंबर, आई कांट ईवन रिमेंबर हर नेम लिख दो बस ब्रैकेट वाला, हर नेम। लो जी कंप्लीट है। वीडियो स्टॉप करके अपने आप बनाने की कोशिश करो बाकी सारे। सतवां देखो, देयर इज नॉट एनीथिंग टू डू इन दिस टाउन, कहते देयर इज नॉट एनीथिंग, देयर इज नॉट एनीथिंग टू डू इन दिस टाउन। हुण आपां कहांगे देयर इज अ सिनेमा, आप कहांगे इत्थों तक कि सिनेमा भी नहीं हैगा, ठीक है, तो आप कहांगे देयर इज नॉट ईवन, देयर इज नॉट नैगेटिव तो बाद आप ईवन लिखता। हुण अगे कोई मेन वर्ब नहीं हैगी तो ठीक है, कोई मेन वर्ब नहीं हैगी कोई प्रॉब्लम नहीं, सीधा लिख दो अ सिनेमा, देयर इज नॉट ईवन अ सिनेमा, देयर इज नॉट ईवन अ सिनेमा। अच्छा जेकर चाहो तुसी ये भी लिख सकते हो देयर इज नॉट ईवन अ सिनेमा इन दिस टाउन, कोई प्रॉब्लम नहीं, देयर इज नॉट ईवन अ सिनेमा, ये भी चल जूगा। अठवां, ही डिडंट टेल एनीबडी वेयर was going, where he was going, sorry, he didn't tell anybody, उसने किसी ਨੂੰ ਨਹੀਂ ਦੱਸਿਆ, he didn't tell anybody ਕਿਸੇ ਨੂੰ ਨਹੀਂ ਦੱਸਿਆ where he was going, ਕਿਉਂ ਕਿੱਥੇ ਜਾ ਰਿਹਾ ਸੀਗਾ। देखो anybody ਦਾ ਕੰਪੇਅਰ ਇੱਥੇ his wife ਤੋਂ ਆ ਰਿਹਾ, ਕਿਉਂਕਿ ਇੱਥੇ ਤਾਂ ਕਹਿ ਰਹੇ ਨੇ he didn't tell anybody, उसने ਕਿਸੇ ਨੂੰ ਨਹੀਂ ਦੱਸਿਆ ਤਾਂ ਇੱਥੇ his wife ਹੈ, ਇਹਦਾ ਮਤਲਬ ਆਪਾਂ ਕਹਾਂਗੇ ਇੱਥੋਂ ਤੱਕ ਕਿ ਉਸਨੇ ਆਪਣੀ ਵਾਈਫ ਨੂੰ ਨਹੀਂ ਦੱਸਿਆ। ਤਾਂ ਜਿਹੜੇ ਅਗਲੇ ਸ਼ਬਦ ਨੇ ਇਹਨਾਂ ਦਾ ਇਹਦੇ ਨਾਲ ਸੰਬੰਧ ਨਹੀਂ, ਇਹ ਚਾਹੀਏ ਤਾਂ ਆਪਾਂ ਐਂਡ ਤੇ ਲਿਖ ਵੀ ਸਕਦੇ ਹਾਂ। ਤਾਂ ਆਪਾਂ ਕਹਾਂਗੇ ਦੇਖੋ ਸਭ ਤੋਂ ਪਹਿਲਾਂ he didn't even tell, ਇੱਥੇ ਤੱਕ ਆ ਗਿਆ his wife, he didn't even tell his wife, ਇੱਥੇ ਸਟਾਪ ਵੀ ਕਰ ਸਕਦੇ ਹੋ, ਇਹ ਲਿਖ ਵੀ ਸਕਦੇ ਹੋ where he was going, ਤੁਹਾਡੀ ਇੱਛਾ। ਨੌਵਾਂ, I don't know anybody in our street, ਦੇਖੋ ਇਹ ਪੂਰਾ ਆ ਗਿਆ anybody in our street, ਵੀ I don't know ਮੈਂ ਨਹੀਂ ਜਾਣਦਾ anybody in our street, ਸਾਡੀ ਗਲੀ ਦੇ ਵਿੱਚੋਂ ਮੈਂ ਕਿਸੇ ਨੂੰ ਨਹੀਂ ਜਾਣਦਾ। ਤਾਂ ਇੱਥੇ ਆਪਾਂ ਕਹਾਂਗੇ ਇੱਥੋਂ ਤੱਕ ਕਿ ਮੈਂ ਆਪਣੇ ਗਵਾਂਢੀਆਂ ਨੂੰ ਨਹੀਂ ਜਾਣਦਾ, my neighbors। ਤਾਂ I don't even know, ठीक है पूरा हो गया। उस तो बाद ब्रैकेट वाला my neighbors, I don't even know my neighbors, बस नेगेटिव। ਜਿਹੜਾ स्ट्रक्चर है नीचे ये याद रखना, दोवां दा उपरले दा हो गया निचले दा ये हो गया, बिल्कुल ईजी है, आराम दे नाल तुसीं बना सकते हो। सो ये सी अपनी इस यूनिट की अपनी जी एक्सरसाइज सैकेंड। एंड इस तो अगे देखो अपनी इस यूनिट की जी अपनी थर्ड एंड फोर्थ जी एक्सरसाइज है वो आप करते हैं। सब तो पहला देखो जी अपनी थर्ड एक्सरसाइज है, इस आपने की करना है, वेरी सिंपल है। इस करना है कंप्लीट द सेंटेंसेस यूजिंग ईवन प्लस कंपैरेटिव। आपने ईवन प्लस कंपैरेटिव है जोड़ा वो आपने यूज करना है, मतलब जिन्ने भी सेंटेंस आपको दिते गए ने, देखो 6 सेंटेंस ने, हर एक सेंटेंस के एंड ते आपने ईवन प्लस कंपैरेटिव फॉर्म लिखनी है। कंपैरेटिव फॉर्म केड़ी लिखनी है, आप पहला इन्हां दा जिहड़ा सेंटेंस है पूरा सेंटेंस पढ़ांगे। इस पूरे सेंटेंस दे विच आपां नूं कोई ना कोई एडजैक्टिव है जो वो आपां नूं जरूर मिलेगा। एडजैक्टिव किहड़े हुंदे ने, जिस तरह की गुड, गुड दा जिहड़ी कंपैरेटिव फॉर्म है बैटर हो जाएगी, तो आपां इत्थे लिखांगे ईवन प्लस ईवन दे नाल कंपैरेटिव तां बैटर, ईवन बैटर। जेकर मान लो इन्हां ने सेंटेंस दे विच जिहड़ा मान लो कोई एडजैक्टिव है ब्यूटीफुल है, तो आपां इत्थे कहांगे ईवन मोर ब्यूटीफुल, इस तरह लिखते जावांगे। समझ आ गई ना, आपां मतलब कि जिहड़ा इस सेंटेंस दे विच कोई एडजैक्टिव होएगा उस एडजैक्टिव दा आपां ने एंड ते कंपैरेटिव फॉर्म लिख देनी है और ईवन पहला उस तो यूज करना है, ईवन तो बाद फिर कंपैरेटिव फॉर्म। देखो समझो, जिस तरह फर्स्ट सेंटेंस है, फर्स्ट सेंटेंस दे विच कह रहे ने इट वॉज वेरी हॉट यस्टरडे, कल कहते बहुत ज्यादा हॉट सी, बहुत ज्यादा गर्म सी, है ना, भी कल का दिन है बहुत ज्यादा गर्म सी, बट टुडे इट्स। हुण देखो ये सारे दे विच जेकर देखो हॉट, हॉट देखो एडजैक्टिव आ गया ना हॉट, तो हॉट का जिहड़ा अपना उधर है कंपैरेटिव की होएगा हॉटर, हॉटर लगावांगे आपां, ठीक है। तो आप करांगे की, देखो इट्स वेरी हॉट यस्टरडे बट टुडे इट इज ईवन,
टुडे इट इज ईवन हॉटर, मतलब भी अज कल तो ज्यादा गर्मी है, ठीक है, ईवन लगा के हॉटर। सेकंड देखो, द चर्च इज 700 ईयर्स ओल्ड, देखो ओल्ड आ गया, ओल्ड आ गया ना, बट द हाउस नेक्स्ट टू, पर जेड़ा भी जी चर्च है कहते 700 साल पुरानी है, बट द हाउस नेक्स्ट टू, पर जेड़ा घर है चर्च के नाल इज, ठीक है, वो की है, इज ईवन ओल्डर, ईवन ओल्डर, भी वो चर्च तो भी ज्यादा पुराना है। थर्ड देखो, दैट्स अ वेरी गुड आइडिया, देखो गुड आ गया, दैट्स अ वेरी गुड आइडिया, ये बहुत बढ़िया आइडिया है, बट आई हैव गॉट एन ईवन गुड का की हुंदा है कंपैरेटिव बैटर, पर मेरे लिए इस तो भी ज्यादा कहते बढ़िया बैटर आइडिया है। चौथा देखो, द फर्स्ट क्वेश्चन वाज वेरी डिफिकल्ट, देखो डिफिकल्ट आ गया, पहला क्वेश्चन बहुत ज्यादा डिफिकल्ट सीगा टू आंसर, भी उसका आंसर देना बहुत डिफिकल्ट सीगा पहले क्वेश्चन का। द सैकेंड वन वाज, पर जेड़ा सैकेंड सीगा वो की सीगा ईवन मोर डिफिकल्ट, मोर डिफिकल्ट, जेकर स्पैलिंग समझ नहीं आ रही बस तुम मोर डिफिकल्ट, ईवन मोर डिफिकल्ट, पर सैकेंड उस तो भी ज्यादा डिफिकल्ट सीगा। पंजवां देखो, आई डिडंट वेरी बैडली इन द एग्जाम, ठीक है, मतलब आई डिड वेरी बैडली इन द एग्जाम, मैं एग्जाम दे विच बहुत बुरा किया, देखो बैडली, बैडली की आ गया एडवर्ब, मतलब कि एडजेक्टिव भी हो सकता है एडवर्ब भी हो सकता है, क्योंकि जी कंपैरेटिव फॉर्म होंगी है दोवां दी होंगी है, एडजेक्टिव की भी एडवर्ब की भी। हुण इत्थे बैडली है, बैडली मतलब कि बैड, ठीक है, बैड का जिहड़ा अपनी होगी कंपैरेटिव फॉर्म वो होंगी है वर्स। आई डिड वेरी बैडली, मैं बहुत बुरा कराया इन द एग्जाम, एग्जाम दे विच, बट मोस्ट ऑफ माई फ्रेंड्स डिड, पर मेरे बहुत सारे जिहड़े दोस्त ने उन्होंने ईवन वर्स, ईवन वर्स्ट आएगा इत्थे वर्स्ट, ईवन वर्स्ट, पर जिहड़े बहुत सारे मेरे दोस्त ने उन्होंने उस तो भी ज्यादा खराब किया, वर्स्ट WORST वर्स्ट। बैड अते बैडली दोवां दी जिहड़ी कंपैरेटिव फॉर्म है वो वर्स्ट हुंदी है, ठीक है। छेवां, नैदर ऑफ अस, भी साडे चों कोई भी जिहड़ा साडे चों, नैदर ऑफ अस वाज हंगरी, साडे चों कोई भी भुखा मतलब नहीं सी। आई एट वेरी लिटल, लिटल आ गया इत्थे लिटल, थोड़ा, ठीक है, आई एट वेरी लिटल एंड माई फ्रेंड्स एट ईवन, जिहड़ा लिटल है लिटल दी कंपैरेटिव हुंदी है लेस, याद रखियो लेस। कहना आई एट वेरी लिटल, मैं बहुत घट खादा, एंड माई फ्रेंड्स एट ईवन लेस, मेरे दोस्तों ने उस तो भी ज्यादा घट खाया। मतलब जेड़ा भी इधर सेंटेंस दे विच एडजेक्टिव या एडवर्ब होगा उसका तुसीं ने उधर की कर देना है, उसकी कंपैरेटिव फॉर्म लिख देनी है, ओके, कंपैरेटिव फॉर्म्स सारियां याद कर लेनियां ने। हुण आ जाओ चौथा, कंप्लीट द सेंटेंसेस चूज फ्रॉम, ये बिल्कुल सिंपल है, सारे ही जिहड़े सेंटेंसेस ने हर एक दे विच सेंटेंस दे विच ब्लैंक आपां नूं छड्डी गई है, आपां ने उत्थे इफ दा यूज करना है, ईवन इफ, ईवन दो एंड ईवन, इन्हां दे मीनिंग तुहानूं पता होने चाहिए ने, इफ दा जेकर, ईवन इफ बेशक, ईवन दो हालांकि, ईवन दा मतलब इत्थों तक के, है ना। और अगली गल होर याद रखनी है, जेडे अपने आ ने ईवन इफ ईवन दो तीनों ही ईवन नूं छड्ड के इन्हां दा यूज कित्थे हुंदा है, हमेशा सब्जैक्ट तो पहला इफ ईवन इफ या ईवन दो प्लस सब्जैक्ट, इन्हां दा यूज सब्जैक्ट तो पहला होएगा, और ईवन का जिहड़ा यूज है वो मतलब जिथे तुहानूं दस्सिया वर्ब तो पहला या कोई मान लो कोई फ्रेज है उस तो पहला, मतलब कि जिहड़ी तुहानूं खाली जगह छड्डी गई है, जेकर खाली जगह तो बाद कोई सब्जैक्ट है, जिवें मान लो इत्थे आफ्टर है, आफ्टर का सब्जैक्ट हुंदा नहीं, तो यह मतलब इत्थे ईवन आएगा पक्का ही, देखो पहली दसता मैं तुहानूं ईवन आएगा। जिवें आ है इत्थे हैगा ही, देखो ही सब्जैक्ट के तौर पर है ना यूज करते आपां, ही एक सब्जैक्ट है, तो इत्थे इन्हां तिन्नां चों आएगा इफ, ईवन इफ ते ईवन दो दे विचों। हुण आपां देखो इन्हां दी मीनिंग पता आपां देखो शुरू करदे हां, ते वो डैश आ गई, फिर शी, देखो शी सब्जैक्ट आ गया, इहदा मतलब इत्थे इन्हां तिन्नां चों इफ, ईवन इफ ते ईवन दो चों आएगा। अगे देखो पूरा सेंटेंस दी सेंस समझ के पता चलेगा कि किहड़ा आएगा। ये कह रहा है शी कांट ड्राइव, ठीक है, भी वो चलाउंदी नहीं, ड्राइव नहीं करती, शी हैज़ अ कार, ये आपां एग्जाम्पल भी कीती सी भी उहदे कोल कार तां हैगी है, हालांकि वो मतलब कि ड्राइव नहीं करती, हालांकि वो ड्राइव नहीं करती, पर उहदे लवे कार है जिहड़ी वो हैगी है। इत्थे हालांकि ईवन दो वाला इत्थे सिस्टम है जिहड़ा वो आया, ईवन दो भी हालांकि उसनूं ड्राइव करना नहीं आउंदा, पर फिर भी उस कोल कार हैगी है। अगला देखो सेकंड, द बस लीव्स
ਇਹ ਵੀ ਆਪਾਂ ਕੀਤਾ ਸੀ ਸ਼ਾਇਦ। ਦ ਬੱਸ ਲੀਵਸ ਇਨ 5 ਮਿੰਟਸ, ਜਿਹੜੀ ਬੱਸ ਹੈ ਵੀ 5 ਮਿੰਟਾਂ ਦੇ ਵਿੱਚ ਉੱਥੋਂ ਚੱਲੂਗੀ, ਬਟ ਵੀ ਕੈਨ ਸਟਿਲ ਕੈਚ ਇਟ, ਪਰ ਹਲੇ ਵੀ ਅਸੀਂ ਉਸ ਬੱਸ ਨੂੰ ਫੜ ਸਕਦੇ ਹਾਂ, ਕੈਚ ਕਰ ਸਕਦੇ ਹਾਂ। ਵੀ ਰਨ, ਵੀ ਜੇਕਰ ਅਸੀਂ ਜੇਕਰ ਅਸੀਂ ਭੱਜ ਕੇ ਜਾਂਦੇ ਹਾਂ, ਇੱਥੇ ਜੇਕਰ ਦੀ ਫੀਲਿੰਗ ਆਉਂਦੀ ਹੈ ਵੀ ਅਸੀਂ ਬੱਸ ਨੂੰ ਫੜ ਸਕਦੇ ਹਾਂ, ਅਸੀਂ ਬੱਸ ਤੇ ਚੜ੍ਹ ਸਕਦੇ ਹਾਂ ਜੇਕਰ ਅਸੀਂ ਭੱਜ ਕੇ ਜਾਂਦੇ ਹਾਂ, ਤਾਂ ਇਫ ਆ ਗਿਆ, ਬਿਲਕੁਲ ਸਿੰਪਲ ਹੈ। ਬਟ ਅਗਲਾ ਦੇਖੋ, ਦ ਬੱਸ ਲੀਵਸ ਇਨ 2 ਮਿੰਟਸ, ਜਿਹੜੀ ਬੱਸ ਹੈ ਸਿਰਫ 2 ਮਿੰਟ ਦੇ ਵਿੱਚ ਮਤਲਬ ਤੁਰਨ ਵਾਲੀ ਹੈ। ਵੀ ਵੋਂਟ ਕੈਚ ਇਟ ਨਾਓ, ਅਸੀਂ ਹੁਣ ਇਸ ਨੂੰ ਕੈਚ ਨਹੀਂ ਕਰ ਸਕਦੇ, ਅਸੀਂ ਹੁਣ ਬੱਸ ਨੂੰ ਨਹੀਂ ਪਕੜ ਸਕਦੇ। ਵੀ ਰਨ, ਵੀ ਮਤਲਬ ਕਿ ਇੱਥੇ ਕਹਿ ਰਿਹਾ ਬੇਸ਼ੱਕ ਅਸੀਂ ਦੌੜ ਕੇ ਜਾਈਏ, ਈਵਨ ਇਫ, ਕਿਉਂਕਿ ਦੇਖੋ ਸਬਜੈਕਟ ਆਇਆ ਤਾਂ ਇੰਨਾ ਚ ਹੀ ਲੱਗੂ, ਤਾਂ ਇੱਥੇ ਈਵਨ ਇਫ ਦਾ ਆ ਰਿਹਾ, ਦੇਖੋ ਬਿਲਕੁਲ ਸ਼ਰੇਆਮ ਪਤਾ ਚੱਲ ਰਿਹਾ ਵੀ ਅਸੀਂ ਬੱਸ ਹੁਣ ਫੜ ਨਹੀਂ ਸਕਦੇ, ਬੇਸ਼ੱਕ ਅਸੀਂ ਭੱਜ ਕੇ ਵਗ ਜਾਈਏ, ਕੋਈ ਉਹ ਨਹੀਂ ਹੈਗਾ। ਉੱਥੇ ਹੈਗਾ ਸੀ ਵੀ ਬੱਸ ਨੂੰ ਅਸੀਂ ਫੜ ਸਕਦੇ ਹਾਂ ਜੇਕਰ ਭੱਜ ਕੇ ਜਾਂਦੇ ਹਾਂ, ਠੀਕ ਹੈ। ਅਗਲਾ ਦੇਖੋ, ਮਾਰਕਸ ਸਪੈਨਿਸ਼ ਇਜ਼ ਨਾਟ ਵੈਰੀ ਗੁੱਡ, ਜਿਹੜਾ ਮਾਰਕ ਹੈ ਉਸ ਦੀ ਸਪੈਨਿਸ਼ ਜ਼ਿਆਦਾ ਵਧੀਆ ਨਹੀਂ ਹੈਗੀ। ਅੱਗੇ ਡੈਸ਼ ਆ ਗਿਆ, ਆਫਟਰ 3 ਇਅਰਸ ਇਨ ਸਪੇਨ, ਵੀ ਇੱਥੋਂ ਤੱਕ ਕਿ ਸਪੇਨ ਦੇ ਵਿੱਚ ਉਸਨੇ 3 ਸਾਲ ਲਗਾਤੇ, ਫਿਰ ਵੀ ਉਸਦੀ ਸਪੈਨਿਸ਼ ਵਧੀਆ ਨਹੀਂ ਹੈਗੀ। ਪਹਿਲੀ ਗੱਲ ਦੇਖੋ, ਇੱਥੇ ਆਫਟਰ ਹੈ, ਡੈਸ਼ ਤੋਂ ਬਾਅਦ ਕੋਈ ਸਬਜੈਕਟ ਨਹੀਂ ਹੈਗਾ, ਤਾਂ ਬਿਲਕੁਲ ਸਿੰਪਲ ਹੈ ਕਿ ਇੱਥੇ ਈਵਨ ਆਏਗਾ। ਈਵਨ ਇਫ ਤੇ ਈਵਨ ਦੋ ਚੋਂ ਨਹੀਂ ਆਏਗਾ। ਈਵਨ ਆਫਟਰ 3 ਇਅਰਸ ਇਨ ਸਪੇਨ, ਵੀ ਹਾਲਾਂਕਿ ਸਪੇਨ ਦੇ ਵਿੱਚ ਉਸਨੇ 3 ਸਾਲ ਲਗਾਤੇ, ਫਿਰ ਵੀ ਉਸਦੀ ਸਪੈਨਿਸ਼ ਵਧੀਆ ਨਹੀਂ ਹੈਗੀ। ਬਟ ਅਗਲਾ ਦੇਖੋ, ਮਾਰਕਸ ਸਪੈਨਿਸ਼ ਇਜ਼ ਨਾਟ ਵੈਰੀ ਗੁੱਡ, ਮਾਰਕ ਦੀ ਸਪੈਨਿਸ਼ ਵਧੀਆ ਨਹੀਂ ਹੈਗੀ। ਅੱਗੇ ਦੇਖੋ, ਹੀ ਲਿਵਡ ਇਨ ਸਪੇਨ ਫॉर 3 ਇਅਰਸ, ਤਾਂ ਇਹਦਾ ਮਤਲਬ ਇੱਥੇ ਬੰਦਾ ਹੈ ਹਾਲਾਂਕਿ ਉਹ ਸਪੇਨ ਦੇ ਵਿੱਚ 3 ਸਾਲ ਰਹਿ ਚੁੱਕਿਆ ਹੈ, ਪਰ ਫਿਰ ਵੀ ਉਸਦੀ ਇੰਗਲਿਸ਼ ਵਧੀਆ ਨਹੀਂ ਹੈਗੀ। ਇੱਥੇ ਈਵਨ ਇਫ ਆਏਗਾ, ਈਵਨ ਦੋ ਆਏਗਾ। ਇੱਥੇ ਇਸ ਦਾ ਮੀਨਿੰਗ ਨਿਕਲਿਆ ਵੀ ਹਾਲਾਂਕਿ ਉਹ ਸਪੇਨ ਦੇ ਵਿੱਚ 3 ਸਾਲ ਰਹਿ ਚੁੱਕਿਆ ਹੈ ਹਾਲਾਂਕਿ 3 ਸਾਲ ਰਹਿ ਚੁੱਕਿਆ ਸਪੇਨ ਦੇ ਵਿੱਚ, ਪਰ ਫਿਰ ਵੀ ਉਸਦੀ ਸਪੈਨਿਸ਼ ਵਧੀਆ ਨਹੀਂ ਹੈਗੀ। ਅਗਲਾ ਛੇਵਾਂ ਦੇਖੋ, ਵਿਦ ਦਾ, ਦੇਖੋ ਡੈਸ਼ ਤੋਂ ਬਾਅਦ ਵਿਦ ਆ ਗਿਆ, ਕੋਈ ਸਬਜੈਕਟ ਨਹੀਂ ਹੈਗਾ, ਬਸ ਈਵਨ ਲਗਾ ਦਿਓ, ਇੱਥੇ ਪਤਾ ਹੀ ਹੈ। ਦੇਖੋ, ਈਵਨ ਵਿਦ ਦਾ ਹੀਟਿੰਗ ਔਨ ਇਟ ਵਾਜ਼ ਕੋਲਡ ਇਨ ਦ ਹਾਊਸ, ਵੀ ਘਰ ਹੈ ਜਿਹੜਾ ਉਹ ਠੰਡਾ ਪਿਆ ਸੀ, ਇੱਥੋਂ ਤੱਕ ਕਿ ਉਸ ਦੇ ਵਿੱਚ ਹੀਟਿੰਗ ਹੈ ਜਿਹੜੀ ਉਹ ਵੀ ਅਸੀਂ ਨੇ ਔਨ ਕੀਤੀ ਹੋਈ ਸੀ, ਉਸ ਦੇ ਬਾਵਜੂਦ ਵੀ ਜਿਹੜਾ ਘਰ ਹੈ ਉਹ ਠੰਡਾ ਪਿਆ ਸੀ। ਸੱਤਵਾਂ ਦੇਖੋ, ਆਈ ਕੁਡਨਟ ਸਲੀਪ, ਕਹਿੰਦਾ ਮੈਂ ਸੋ ਨਹੀਂ ਸਕਿਆ। ਅੱਗੇ ਕੀ ਕਹਿ ਰਿਹਾ, ਆਈ ਵਾਜ਼ ਵੈਰੀ ਟਾਇਰਡ, ਮੈਂ ਬਹੁਤ ਥੱਕਿਆ ਹੋਇਆ ਸੀ। ਇਹ ਸਬਜੈਕਟ ਆ ਗਿਆ ਪਹਿਲਾਂ ਤਾਂ ਹਨਾ, ਇੰਨਾ ਚੋਂ ਹੀ ਲੱਗੂਗਾ। ਇੱਥੇ ਲੱਗੂ ਈਵਨ ਦੋ, ਦੇਖੋ ਕੀ ਸੈਂਸ ਨਿਕਲਦੀ ਹੈ। ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਆਈ ਕੁਡਨਟ ਸਲੀਪ, ਮੈਂ ਸੋ ਨਹੀਂ ਸਕਿਆ, ਹਾਲਾਂਕਿ ਆਈ ਵਾਜ਼ ਵੈਰੀ ਟਾਇਰਡ, ਹਾਲਾਂਕਿ ਮੈਂ ਬਹੁਤ ਥੱਕਿਆ ਹੋਇਆ ਸੀ, ਪਰ ਮੈਂ ਫਿਰ ਵੀ ਸੋ ਨਹੀਂ ਸਕਿਆ। ਅੱਗੇ ਦੇਖੋ 8ਵਾਂ, ਆਈ ਵਾਂਟ ਫॉरगिव them, ਕਹਿੰਦਾ ਮੈਂ ਉਹਨਾਂ ਨੂੰ ਮਾਫ ਨਹੀਂ ਕਰੂੰਗਾ ਫॉर what they did, ਵੀ ਜੋ ਉਹਨਾਂ ਨੇ ਕੀਤਾ ਮੈਂ ਉਸ ਚੀਜ਼ ਦੇ ਲਈ ਉਹਨਾਂ ਨੂੰ ਨਹੀਂ ਮਾਫ ਕਰਾਂਗਾ। ਅੱਗੇ ਡੈਸ਼, ਦੇ ਅਪੋਲੋਜਾਈਜ਼, ਕਿਉਂਕਿ ਅੱਗੇ ਦੇਖੋ ਕਹਿ ਚੁੱਕਿਆ ਵੀ ਮੈਂ ਉਹਨਾਂ ਨੂੰ ਮਾਫ ਨਹੀਂ ਕਰਾਂਗਾ, ਤਾਂ ਇਹਦਾ ਮਤਲਬ ਇੱਥੇ ਕਹਿ ਰਿਹਾ ਹੈ ਵੀ ਬੇਸ਼ੱਕ ਉਹ ਮਾਫੀ ਮੰਗ ਲੈਣ। ਅਪੋਲੋਜਾਈਜ਼ ਦਾ ਮਤਲਬ ਹੈ ਮਾਫੀ ਮੰਗਣਾ। ਇਹ ਕਹਿ ਰਿਹਾ ਵੀ ਬੇਸ਼ੱਕ ਉਹ ਮਾਫੀ ਮੰਗ ਲੈਣ, ਮੈਂ ਉਹਨਾਂ ਨੂੰ ਫਿਰ ਵੀ ਮਾਫ ਨਹੀਂ ਕਰੂੰਗਾ। ਬੇਸ਼ੱਕ, ਇੱਥੇ ਬੇਸ਼ੱਕ ਦੀ ਗੱਲ ਆ ਰਹੀ ਹੈ, ਈਵਨ ਇਫ, ਵੀ ਬੇਸ਼ੱਕ ਉਹ ਮਾਫੀ ਮੰਗ ਲੈਣ, ਮੈਂ ਉਹਨਾਂ ਨੂੰ ਮਾਫ ਨਹੀਂ ਕਰੂੰਗਾ। 9ਵਾਂ ਦੇਖੋ, I had not eaten anything for 24 hours, ਕਹਿੰਦਾ ਮੈਂ 24 ਘੰਟਿਆਂ ਤੋਂ ਕੁਝ ਨਹੀਂ ਖਾਧਾ, ਹਨਾ। I was not hungry, ਮੈਂ ਭੁੱਖਾ ਨਹੀਂ ਸੀ। ਇਹਦਾ ਮਤਲਬ ਇਹ ਕਹਿਣਾ ਚਾਹ ਰਿਹਾ ਹੈ ਵੀ ਹਾਲਾਂਕਿ ਦੀ ਇੱਥੇ ਫੀਲਿੰਗ ਆਉਂਦੀ ਹੈ, ਕਹਿ ਰਿਹਾ ਹਾਲਾਂਕਿ ਮੈਂ 24 ਘੰਟਿਆਂ ਤੋਂ ਕੁਝ ਵੀ ਨਹੀਂ ਖਾਧਾ, ਹਨਾ। ਹਾਲਾਂਕਿ ਮੈਂ 24 ਘੰਟਿਆਂ ਤੋਂ ਕੁਝ ਵੀ ਨਹੀਂ ਖਾਧਾ ਤੇ I was not hungry, ਵੀ ਫਿਰ ਵੀ ਮੈਂ ਭੁੱਖ ਮੈਨੂੰ ਨਹੀਂ ਲੱਗੀ ਸੀ, ਫਿਰ ਵੀ ਮੈਂ ਭੁੱਖਾ ਨਹੀਂ ਸੀ। ਇੱਥੇ ਈਵਨ ਦੋ ਹੈ ਜਿਹੜਾ, ਉਹ ਵਾਲੀ ਇੱਥੇ ਜਿਹੜੀ ਫੀਲਿੰਗ ਹੈ ਉਹ ਆ ਰਹੀ ਹੈ। ਈਵਨ ਦੋ ਆਈ ਹੈਡਨਟ ਈਟਨ ਐਨੀਥਿੰਗ ਫॉर 24 ਆਵਰਸ, ਹਾਲਾਂਕਿ ਮੈਂ 24 ਆਵਰਸ ਤੋਂ ਕੁਝ ਵੀ ਨਹੀਂ ਖਾਇਆ ਸੀ, ਪਰ ਫਿਰ ਵੀ ਕਹਿੰਦਾ ਆਈ ਵਾਜ਼ ਨਾਟ ਹੰਗਰੀ, ਫਿਰ ਵੀ ਮੈਂ ਹੰਗਰੀ ਨਹੀਂ ਸੀਗਾ। ਸੋ ਬਿਲਕੁਲ ਸਿੰਪਲ ਜੀ ਗੱਲ ਹੈ। ਦੇਖੋ ਇਹਨਾਂ ਦਾ ਜੇਕਰ ਮੀਨਿੰਗ ਤੁਹਾਨੂੰ ਪਤਾ ਹੈ, ਆਸਾਨੀ ਦੇ ਨਾਲ ਤੁਸੀਂ ਬਣਾ ਸਕਦੇ ਹੋ। ਜੇਕਰ ਕਨਫਿਊਜ਼ਨ ਕੋਈ ਵੀ ਕੁਝ ਰਹਿੰਦੀ ਹੁੰਦੀ ਹੈ, ਤੁਸੀਂ ਇੱਕ ਵਾਰ ਵੀਡੀਓ ਨੂੰ ਦੁਬਾਰਾ ਦੇਖਿਆ ਕਰੋ, ਬੈਕ ਕਰਕੇ ਮੇਰੀ ਗੱਲ ਤੇ ਵਿਸ਼ਵਾਸ ਕਰੋ, ਤੁਹਾਨੂੰ ਸਾਰਾ ਕੁਝ ਸਮਝ ਆਉਣਾ ਸ਼ੁਰੂ ਹੋ ਜਾਊਗਾ। ਐਂਡ ਇਸ ਤੋਂ ਅੱਗੇ ਬਾਕੀ ਤੁਸੀਂ ਜਿਹੜੀ ਗੱਲ ਤੁਸੀਂ ਯਾਦ ਰੱਖਣੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਸਭ ਤੋਂ ਪਹਿਲਾਂ, ਅੱਗੇ ਵੀ ਸਬਸਕ੍ਰਾਈਬ ਕਰਨ ਦੇ ਲਈ ਕਹਿਣਾ ਹੈ ਦੋਸਤਾਂ ਮਿੱਤਰਾਂ ਨੂੰ, ਹੈ ਨਾ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ, ਗਵਾਂਢੀਆਂ ਨੂੰ ਤੁਸੀਂ ਨੇ ਇਹ ਵੀਡੀਓ ਸ਼ੇਅਰ ਕਰਨੀ ਹੈ। ਜਿਸ ਕਾਲਜ ਦੇ ਵਿੱਚ ਪੜ੍ਹਦੇ ਹੋ, ਆਪਣੀ ਕਲਾਸ ਦੇ ਵਿੱਚ, ਸਾਰੇ ਕਾਲਜ ਦੇ ਵਿੱਚ ਆਪਣਾ ਚੈਨਲ ਹੈ ਜਿਹੜਾ, ਉੱਥੇ ਉਹਨਾਂ ਤੋਂ ਸਬਸਕ੍ਰਾਈਬ ਕਰਾਉਣਾ ਹੈ, ਠੀਕ ਹੈ। ਇਹ ਗੱਲਾਂ ਤੁਸੀਂ ਸਾਰੀਆਂ ਯਾਦ ਰੱਖਣੀਆਂ ਨੇ, ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਟੂਡੈਂਟਸ ਦਾ ਵੀਡੀਓ ਦੇਖਣ ਦੇ ਲਈ। ਜੇਕਰ ਵਧੀਆ ਲੱਗੇ ਤਾਂ ਕਮੈਂਟ ਕਰੋ, ਠੀਕ ਹੈ, ਸ਼ੇਅਰ ਕਰੋ, ਲਾਈਕ ਵੀ ਕਰੋ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।